ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ 'ਚ ਵੀ ਕੀ ਭਾਰਤੀ ਜਨਤਾ ਪਾਰਟੀ ਸਨਮਾਰੀ ਕਰ ਰਹੀ ਹੈ ਕਿ ਭਾਰਤੀ ਜਨਤਾ ਪਾਰਟੀ ਇੱਥੇ ਵੀ ਆਪਰੇਸ਼ਨ ਲੋਟਸ ਚਲਾ ਰਹੀ ਹੈ। ਇਹ ਇਲਜ਼ਾਮ ਸ਼੍ਰੋਮਣੀ ਅਕਾਲੀ ਦਲ ਨੇ ਲਗਾਇਆ, ਅਸੀਂ ਨਹੀਂ ਲਗਾ ਰਹੇ। मैं के पी सिंह टू द पॉइंट ਤੁਹਾਡਾ ਸਭ ਦਾ ਸਵਾਗਤ ਕਰਦਾ। ਜਸਟ ਟੀਵੀ ਤੁਸੀਂ ਦੇਖ ਰਹੇ ਹੋ। SGPC ਦੀ ਪ੍ਰਧਾਨਗੀ ਤੋਂ ਉਮੀਦਵਾਰ ਕਿਹੜਾ ਹੋਊਗਾ? ਬੀਬੀ ਜਗੀਰ ਕੌਰ ਹੋਰਾਂ ਨੇ ਸਿੱਧਾ ਕਹਿਤਾ ਕਿ ਇਲੈਕਸ਼ਨ ਲੜਨੀਆਂ ਜੋ ਮਰਜ਼ੀ ਹੋ ਜੇ। ਤੇ ਅਕਾਲੀ ਦਲ ਨੇ ਸ਼ਾਇਦ ਰਵਾਇਤ ਤੋੜਦੇ ਹੋਏ ਪਹਿਲੀ ਵਾਰ ਹੈ ਉਹ ਹਰਜਿੰਦਰ ਸਿੰਘ ਧਾਮੀ ਨੂੰ ਹੀ ਆਪਣਾ ਮੁੜ ਤੋਂ ਉਮੀਦਵਾਰ ਲਾਣਿਆ। ਬਾਕੀ ਰਵਾਇਤ ਟੁੱਟੀ ਹੈ ਜਾਂ ਨਹੀਂ ਟੁੱਟੀ, ਜਾਂ ਰਵਾਇਤ ਪਹਿਲਾਂ ਵੀ ਸੀ, ਇਹ ਸਵਾਲ ਹੋਣਗੇ ਸਾਰੇ। पर इस रवायत के पिछे जी राजनीति है कि श्रोमणी अकाली दल सहम गया, डर गया इस बगावत तो, या श्रोमणी अकाली दल ने वो तीर मारिया जिस नाल जिहड़े कल्चर का सवाल उठता सी, लिफाफा कल्चर का, वो मुक गया। बहुत सारे सवाल होणगे ते इन्हां सारे सवालों के विच वड्डा सवाल यही होगा बगावत का भाजपा नाल कनैक्शन की। पहला बयान सुन लिए की आ रहे हैं। सरदार अकवाल सिंह लालपुरा ਜਿਹੜੇ IPS ਰਿਟਾਇਰ ਹੋਏ ਆ, ਘੱਟ ਗਿਣਤੀ ਚੇਅਰਮੈਨ ਉਹਨੂੰ ਬਣਾਇਆ ਤੇ ਇਸ ਕਰਕੇ ਸੀ ਵੀ ਘੱਟ ਗਿਣਤੀ ਦੀ ਰੱਖਿਆ ਕਰੂਗੇ। ਮੈਂ ਸਮਝਦਾ ਘੱਟ ਗਿਣਤੀ ਦਾ ਚੇਅਰਮੈਨ ਜੇ ਘੱਟ ਗਿਣਤੀਆਂ ਨੂੰ ਆਪ ਹੀ ਖਾਣ ਲੱਗ ਪਿਆ ਤੇ ਫਿਰ ਨਿਰਸੰਕੋਚ ਉਹ ਬਹੁ ਗਿਣਤੀ ਦੀ ਤਰਜਮਾਨੀ ਕਰਦਾ ਜਿਸ ਬਹੁ ਗਿਣਤੀ ਨੇ ਉਹਨੂੰ ਲਾਇਆ। ਤੇ ਜੇ ਬਹੁ ਗਿਣਤੀ ਦਾ ਅੱਜ ਇਹੋ ਹੀ ਆ ਕਿ ਆਪਾਂ ਘੱਟ ਗਿਣਤੀਆਂ ਦੀ ਸੁਰੱਖਿਆ ਦੀ ਬਜਾਏ ਸਿੱਖਾਂ ਦੇ ਧਰਮ ਦੇ ਵਿੱਚ ਸਿੱਧੀ ਦਖਲਅੰਦਾਜ਼ੀ ਕਰਨੀ ਆ, ਤੇ ਮੈਂ ਸਮਝਦਾ ਇਹ ਬਹੁਤ ਵੱਡਾ ਇੱਕ ਕੋਝਾ ਯਤਨ ਆ ਜਿਹੜਾ ਕੌਮ ਨੇ ਕਦੇ ਵੀ ਅਸੈਪਟ ਨਹੀਂ ਕੀਤਾ। ਬੀਬੀ ਜਗੀਰ ਕੌਰ ਨੂੰ ਸ਼੍ਰੋਮਣੀ ਅਕਾਲੀ ਦਲ ਤੋਂ ਮੁਅੱਤਲ ਕੀਤਾ ਸਰਦਾਰ ਸੁਖਬੀਰ ਸਿੰਘ ਬਾਦਲ ਨੇ। ਉਸ ਦੀ ਅਸੀਂ ਕਰੜੇ ਸ਼ਬਦਾਂ 'ਚ ਨਿੰਦਾ ਕਰਦੇ ਹਾਂ। ਇਸ ਮੁਅੱਤਲੀ ਤੋਂ ਇਹ ਸਾਫ਼ ਝਲਕਦਾ ਕਿ ਸੁਖਬੀਰ ਸਿੰਘ ਬਾਦਲ 9 ਨਵੰਬਰ ਨੂੰ ਹੋਣ ਵਾਲੀ ਜਿਹੜੀ ਚੋਣ ਆ ਪ੍ਰਧਾਨਗੀ ਦੀ, ਉਹ ਤੋਂ ਕਿੰਨਾ ਡਰਿਆ ਤੇ ਕਿੰਨਾ ਉਹ ਸਹਿਮਿਆ ਹੋਇਆ ਵਾ। ਤੇ ਉਹਨਾਂ ਨੂੰ ਅੱਜ ਬਾਦਲਾਂ ਦੀ ਤਖਤੀ ਗਲੋਂ ਲਾਹ ਕੇ ਪੰਥ ਦੀ ਤਖਤੀ ਪਾ ਕੇ ਬੀਬੀ ਜਗੀਰ ਕੌਰ ਨੂੰ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਬਣਾ ਕੇ ਬਾਦਲਾਂ ਨੂੰ ਕਰੜੀ ਹਾਰ ਦੇ ਕੇ ਸਮੁੰਦਰੀ ਹਾਲ ਚੋਂ ਬਾਹਰ ਕੱਢ ਕੇ ਇਹ ਪੰਥ ਦੇ ਵਿਹੜੇ ਦੇ ਵਿੱਚ ਇੱਕ ਨਵਾਂ ਸੂਰਜ ਜਿਹੜਾ ਵਾ ਚਾੜਿਆ ਜਾ ਸਕਦਾ, ਇੱਕ ਸੁਨਹਿਰੀ ਮੌਕਾ ਵਾ। ਸਾਡੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਮੂਹ ਸਤਿਕਾਰਯੋਗ ਮੈਂਬਰਾਂ ਨੂੰ ਬੇਨਤੀ ਆ ਕਿ ਸਿਆਸੀ ਵਖਰੇਵਿਆਂ ਤੋਂ ਉੱਪਰ ਉੱਠ ਕੇ ਆਜ਼ਾਦਾਨਾ ਸੋਚ ਨਾਲ ਜਿਹੜੀ ਆ 9 ਨਵੰਬਰ ਨੂੰ ਜਿੱਥੇ ਵੀ ਬੈਠੇ ਆ, ਜਿਹੜੇ ਵੀ ਧੜੇ 'ਚ ਬੈਠੇ ਆ, ਉਹ ਗੁਰੂ ਨੂੰ ਸਨਮੁਖ ਹੋ ਕੇ, ਗੁਰੂ ਨੂੰ ਸਮਰਪਿਤ ਹੋ ਕੇ ਬੀਬੀ ਜਗੀਰ ਕੌਰ ਜੀ ਨੂੰ ਵੋਟਾਂ ਪਾ ਕੇ ਭਾਰੀ ਬਹੁਮਤ ਨਾਲ ਜਿਤਾਉਣ। ਜੇ ਤੁਸੀਂ ਇਸ ਗੱਲਾਂ ਨੂੰ ਉਭਾਰੋਗੇ, ਤੁਰੋਗੇ, ਤਾਂ ਤੁਸੀਂ ਸਿੱਖ ਸੰਗਤ ਦਾ ਕਤਲ ਕਰ ਰਹੇ ਹੋ, ਕਿਉਂਕਿ ਇਹ ਚੋਣ ਇਹਨਾਂ ਦੇ ਹੱਥ 'ਚ ਹੋਣੀ ਨਹੀਂ ਚਾਹੀਦੀ। 5 ਸਾਲ ਬਾਅਦ ਇਹਨਾਂ ਦਾ ਕੋਈ ਮਤਲਬ ਨਹੀਂ ਹੈਗਾ ਕਿ ਇਹਨਾਂ ਦੇ ਹੱਥ 'ਚ ਚੋਣ ਹੋਏ। ਇਹ ਹੱਕ ਹੈਗਾ ਸੰਗਤ ਦਾ। ਸੰਗਤ ਲੁੱਟੀ ਜਾ ਰਹੀ ਹੈ, ਗੁਰੂ ਘਰ ਲੁੱਟੇ ਜਾ ਰਹੇ ਹੈ। ਇਹ ਬਿਲਕੁਲ ਅੱਖਾਂ 'ਚ ਧੂੜ ਪਾਉਣ ਵਾਲੀ ਗੱਲ ਹੈ ਕਿ ਅੱਜ ਬੀਬੀ ਉੱਠ ਗਈ, ਫਿਰ ਧਾਮੀ ਸਾਹਿਬ ਉੱਠ ਗਏ। ਉਹ ਤੁਸੀਂ ਸੰਗਤ ਤੋਂ ਫਤਵਾ ਹੀ ਨਹੀਂ ਲੱਤਾ। ਵੱਡਾ ਸਵਾਲ ਜਿਹੜਾ ਅਸੀਂ ਪੁੱਛਣ ਜਾ ਰਹੇ ਹਾਂ, SGPC ਚੋਣਾਂ ਦੀ ਬਜਾਏ ਪ੍ਰਧਾਨਗੀ ਦੀ ਚੋਣ ਤੇ ਪੋਲਿਟਿਕਸ ਕਿਉਂ ਤੱਪੀ ਹੈ? ਇਸੇ ਵੱਡੇ ਸਵਾਲ ਤੇ ਬਹਿਸ ਜਿਹੜਾ ਪੈਨਲ ਸਾਡੇ ਨਾਲ ਤੁਹਾਡਾ ਤਾਰਫ ਕਰਾਉਣਾ ਤੇ ਉਸ ਤੋਂ ਬਾਅਦ ਡਿਬੇਟ ਓਪਨ ਕਰ ਦੇਵਾਂਗੇ। ਗੁਰਚਰਨ ਸਿੰਘ ਗਰੇਵਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਆਗੂ ਨੇ। ਮੈਂ ਅਕਸਰ ਇਹ ਕਹਿਣਾ ਕਿ ਗਰੇਵਾਲ ਸਾਹਿਬ ਉਦੋਂ SGPC ਦੇ ਲਈ ਕੰਮ ਕਰਦੇ ਆ ਜਦੋਂ SGPC ਮੁਸ਼ਕਲ ਵਿੱਚ ਹੁੰਦੀ ਹੈ, ਉਦੋਂ ਗਰੇਵਾਲ ਸਾਹਿਬ ਨੂੰ ਭੇਜਿਆ ਜਾਂਦਾ। ਗੁਰਚਰਨ ਸਿੰਘ ਗਰੇਵਾਲ ਤੁਹਾਡਾ ਬਹੁਤ ਸਵਾਗਤ ਹੈ ਸਰ। ਕਰਨਲ ਜੈਬਲ ਸਿੰਘ ਭਾਰਤੀ ਜਨਤਾ ਪਾਰਟੀ ਸਪੋਕਸਪਰਸਨ ਹੈ। ਜਦੋਂ ਇਹੋ ਜਿਹੇ ਮਸਲੇ ਹੁੰਦੇ ਆ ਉਦੋਂ ਕਰਨਲ ਜੈਬਲ ਸਿੰਘ ਹਰਾਂ ਨੂੰ ਭਾਰਤੀ ਜਨਤਾ ਪਾਰਟੀ ਭੇਜਦੀ ਹੈ। ਕਰਨਲ ਜੈਬਲ ਸਿੰਘ ਨੂੰ ਸਮਝਣ ਦੀ ਕੋਸ਼ਿਸ਼ ਕਰਾਂ ਕਿ ਇਸ ਬਗਾਵਤ ਪਿੱਛੇ ਭਾਜਪਾ ਦੀ ਤਾਕਤ ਤਾਂ ਨਹੀਂ ਹੈਗੀ। ਕਰਨਲ ਜੈਬਲ ਸਿੰਘ ਤੁਹਾਡਾ ਬਹੁਤ ਸਵਾਗਤ ਹੈ। ਮਨਜੀਤ ਸਿੰਘ ਭੋਮਾ ਧਰਮ ਪ੍ਰਚਾਰ ਕਮੇਟੀ ਦੇ ਮੁਖੀ ਨੇ ਪੰਜਾਬ ਦੇ, ਪਰ ਉਹ ਇਸ ਡਿਬੇਟ ਵਿੱਚ ਨਹੀਂ ਬੈਠੇ ਕਿ ਹਜੇ ਤੱਕ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਉਹ ਨੁਮਾਇੰਦੇ ਹੈ ਤੇ ਉਹਨਾਂ ਨੇ ਬੀਬੀ ਜਗੀਰ ਕੌਰ ਦੀ ਸਥਿਤੀ ਦੀ ਹਮਾਇਤ ਕੀਤੀ ਹੈ। ਫੋਨ ਉਹਨਾਂ ਦਾ ਬੰਦ ਆ ਰਿਹਾ, ਜੇ ਫੋਨ ਔਨ ਹੋ ਗਿਆ ਪੁੱਛ ਲਵਾਂਗੇ ਤੁਸੀਂ ਬੈਠਣਾ ਜਾਂ ਨਹੀਂ ਬੈਠਣਾ। ਜੇ ਉਹ ਆ ਜਾਣਗੇ ਤਾਂ ਸਵਾਗਤ ਵੀ ਕਰ ਦੇਵਾਂਗੇ। ਕੁਸ਼ਲਪਾਲ ਸਿੰਘ ਮਾਨ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਬਹੁਤ ਹੀ ਸੀਨੀਅਰ ਆਗੂ ਹੈ, ਸਿਮਰਨ ਸਿੰਘ ਮਾਨ ਦੇ ਸੱਜੇ ਹੱਥ ਮੰਨੇ ਜਾਂਦੇ ਆ ਤੇ ਇਹਨਾਂ ਸਮਝਣ ਦੀ ਕੋਸ਼ਿਸ਼ ਕਰਾਂਗੇ ਕਿਉਂਕਿ ਇਹ ਦੋਨੋਂ ਕੈਂਡੀਡੇਟ ਤੇ ਸਵਾਲ ਚੁੱਕਦੇ ਪਏ ਆ। ਮਿਸਟਰ ਕੁਸ਼ਲਪਾਲ ਸਿੰਘ ਮਾਨ ਤੁਹਾਡਾ ਬਹੁਤ ਸਵਾਗਤ ਹੈ ਸਰ। सब तो पहला सवाल गुरचरण सिंह गरेवाल ਤੁਹਾਨੂੰ ਕਰਨਾ ਚਾਹੁੰਦਾ। गरेवाल साहब एक सवाल मैं डिबेट तो हट के कर रहा पहला ही
ਗਰੇਵਾਲ ਸਾਹਿਬ ਤੁਸੀਂ ਦਾਅਵੇਦਾਰ ਨਹੀਂ ਸੀਗੇ ਵੀ ਤੁਸੀਂ ਪ੍ਰਧਾਨ ਬਣ ਜਾਂਦੇ ਗਰੇਵਾਲ ਸਾਹਿਬ? ਚਲੋ ਤੁਹਾਡੇ ਗੁਰ ਚ ਮੂੰਹ ਸ਼ੱਕਰ ਹਾਂ, ਐਤਕੀ ਆਪਾਂ ਨਵੇੜ ਲਈਏ, ਫਿਰ ਵੇਖ ਲਾਂਗੇ, ਕੋਈ ਗੱਲ ਨਹੀਂ। ਧੰਨਵਾਦ। ਤੁਹਾਡਾ ਦਿਲ ਕਰਦਾ ਸੀ ਵੈਸੇ ਗਰੇਵਾਲ ਸਾਹਿਬ, ਤੁਹਾਡਾ ਦਿਲ ਕਰਦਾ ਸੀਗਾ? ਨਹੀਂ, ਚਲੋ ਇਕੱਲੇ ਦਿਲ ਦੀ ਗੱਲ ਨਹੀਂ ਹੁੰਦੀ, ਹਾਲਾਤਾਂ ਦੀ ਗੱਲ ਹੁੰਦੀ ਹੈ, ਹਾਲਾਤਾਂ ਦੇ ਮੁਤਾਬਕ ਹੀ ਨਹੀਂ ਗਰੇਵਾਲ ਸਾਹਿਬ, ਮੈਂ ਸਵਾਲ ਤਾਂ ਕਰ ਰਿਹਾ ਸੀ ਗਰੇਵਾਲ ਸਾਹਿਬ, ਇੰਟਰਨਲ ਡੈਮੋਕ੍ਰੇਸੀ ਦਾ ਸਵਾਲ ਉੱਠਦਾ ਪਿਆ। ਇੰਟਰਨਲ ਡੈਮੋਕ੍ਰੇਸੀ ਦੇ ਵਿੱਚ ਜੇ ਗਰੇਵਾਲ ਸਾਹਿਬ ਦਾਵਾ ਕਰਦੇ ਸੀਗੇ ਕਿ ਉਹਨਾਂ ਨੂੰ ਵੀ ਪਾਰਟੀ ਚੋਂ ਕੱਢ ਦਿੱਤਾ ਜਾਂਦਾ, ਮੁਅੱਤਲ ਕਰ ਦਿੱਤਾ ਜਾਂਦਾ, ਫਿਰ ਮੰਗ ਲੈਣ ਦਾ 48 ਘੰਟੇ ਨੋਟਿਸ, ਜਵਾਬ ਦਿਓ। ਨਹੀਂ, ਦੇਖੋ ਇਸ ਗੱਲ ਨੂੰ ਜਿਹੜਾ ਪਿਛਲੇ ਦਿਨਾਂ 'ਚ ਵਾਪਰੀ ਆ, ਉਸ ਗੱਲ ਨੂੰ ਇਹਦੇ ਨਾਲ ਨਾ ਜੋੜੋ। ਕੋਈ ਵੀ ਪਾਰਟੀ ਆ, ਚਾਹੇ ਭਾਰਤੀ ਜਨਤਾ ਪਾਰਟੀ ਆ, ਚਾਹੇ ਸਿਮਰਜੀਤ ਸਿੰਘ ਮਾਨ ਜੀ ਦੀ ਪਾਰਟੀ ਆ, ਹਰ ਪਾਰਟੀ ਦੇ ਅੰਦਰ ਇੱਕ ਜਾਬਤਾ ਹੁੰਦਾ। ਪਾਰਟੀ ਦੇ ਉਮੀਦਵਾਰ ਨੇ ਕੋਈ ਵੀ ਆ, ਉਹਨੇ ਜੇ ਚੋਣ ਲੜਨੀ ਆ ਤੇ ਉਹਨੇ ਪਾਰਟੀ ਨੂੰ ਇਹ ਗੱਲ ਕਹਿਣੀ। ਹੁਣ ਪਿਛਲੇ ਦਿਨਾਂ ਦੀ ਪ੍ਰਕਿਰਿਆ ਮੈਂ 4 ਵਾਰੀ ਦੀ ਗੱਲ ਕਰਦਾ, 4 ਵਾਰ ਦੀ, ਕਿ 4-5 ਵਾਰ ਤਾਂ ਮੈਨੂੰ ਪਤਾ ਨਾ, ਤੇ ਉਦੋਂ ਇੱਕ ਮੈਂਬਰ ਦੀ ਜਿਹੜੀ ਆ ਪਾਰਟੀ ਵੱਲੋਂ ਜਿਹੜੀ ਆ ਰਾਇ ਲਈ ਜਾਂਦੀ ਆ, ਰਾਇ ਲੈਣ ਤੋਂ ਬਾਅਦ ਉਹਦਾ ਫੈਸਲਾ ਕੀਤਾ ਜਾਂਦਾ, ਉਹਨੂੰ ਲਿਫਾਫਾ ਦੱਸਦੇ ਸੀ ਜਿਹਦੇ ਚੋਂ ਬੀਬੀ ਜੀ 4 ਵਾਰ। ਗਰੇਵਾਲ ਸਾਹਿਬ ਮੈਂ ਇੱਕ ਸਵਾਲ ਕਰਨਾ, ਗਰੇਵਾਲ ਸਾਹਿਬ ਬੜੇ ਸਿਆਣੇ ਹੋ ਤੁਸੀਂ ਗਰੇਵਾਲ ਸਾਹਿਬ, ਮੈਂ ਇੱਕ ਸਵਾਲ ਕਰ ਲਵਾਂ ਗਰੇਵਾਲ ਸਾਹਿਬ, ਜੋ ਤੁਸੀਂ ਆਪਦਾ ਕੈਂਡੀਡੇਟ ਅਨਾਉਂਸ ਨਹੀਂ ਕੀਤਾਗਾ, ਉਹ ਤਿੱਕਰ ਬੀਬੀ ਜਗੀਰ ਕੌਰ ਨੂੰ ਤੁਸੀਂ ਬਾਗੀ ਕਿਵੇਂ ਸਾਬਤ ਕਰਤਾ? ਸਰ ਮੈਨੂੰ ਇਹ ਸਮਝਾ ਦਿਓ। ਜੇ ਉਹਨਾਂ ਨੇ ਫੋਨ ਵੀ ਕੀਤੇ ਸੀਗੇ ਵੀ ਮੇਰੀ ਸਮਾਇਤ ਕਰੋ, ਤੁਸੀਂ ਆਪਦਾ ਉਮੀਦਵਾਰ ਸਾਹਮਣੇ ਰੱਖਦੇ ਨਾ, ਉਦੋਂ ਬਾਅਦ ਬੀਬੀ ਜਗੀਰ ਕੌਰ ਨੂੰ ਪੁੱਛਦੇ ਵੀ ਭਾਈ ਤੁਸੀਂ ਬਗਾਵਤ ਕਰਨੀ ਹੈ ਜਾਂ ਬੈਠਣਾ ਸਾਡੇ ਹੱਕ ਵਿੱਚ, ਦੱਸੋ ਕੀ ਕਰਨਾ, ਫਿਰ ਤੁਸੀਂ ਉਹਨਾਂ ਨੂੰ ਮੁਅੱਤਲ ਦੀ ਆਰਡਰ ਕਰਦੇ, ਜੋ ਮਰਜ਼ੀ ਕਰਦੇ। ਬਿਲਕੁਲ ਮੈਂ ਤਾਂ ਵੈਸੇ ਚਲੋ ਮੈਂ ਤਾਂ ਇਸ ਮੁਅੱਤਲੀ ਦੇ ਮਾਮਲੇ ਦੇ ਵਿੱਚ ਸ਼ਾਇਦ ਮੇਰੇ ਕਹਿੰਦੇ ਹੁੰਦੇ ਵਿਚਾਰ ਬੜੇ ਚੰਗੇ ਨਾ ਹੋਣ, ਪਾਰਟੀ ਨੂੰ ਵੀ ਨੁਕਸਾਨ ਆ, ਬੀਬੀ ਜੀ ਨੂੰ ਵੀ ਨੁਕਸਾਨ ਆ, ਸਾਡੇ ਸੀਨੀਅਰ ਆਗੂ ਰਹੇ ਨੇ। ਹੁਣ ਮੈਂ ਬੇਨਤੀ ਕਰਦਾ ਕਿ ਕਾਫੀ ਦਿਨਾਂ ਤੋਂ, ਲੰਬੇ ਸਮੇਂ ਤੋਂ, ਘੱਟੋ ਘੱਟ 10-15-20 ਦਿਨ ਹੋ ਗਏ ਨੇ, ਇਹ ਬੀਬੀ ਜੀ ਇਸ ਗੱਲ ਲਈ ਚੱਲ ਰਹੇ ਨੇ ਕਿ ਮੈਂ ਖੜਨਾ। ਕੋਈ ਸ਼ੱਕ ਨਹੀਂ ਜੀ, ਕੋਈ ਵੀ ਮੈਂਬਰ, ਜਿੰਨੇ ਸਾਡੇ ਮੈਂਬਰ ਆ, ਕੋਈ ਵੀ ਆ ਹਾਊਸ ਦੇ ਵਿੱਚੋਂ ਸਿਰਫ 3 ਮੈਂਬਰਾਂ ਦੀ ਸਪੋਰਟ ਹੋਣੀ ਚਾਹੀਦੀ ਆ ਪ੍ਰਧਾਨਗੀ ਲਈ, ਉਹ ਖੜ ਸਕਦਾ, ਕੋਈ ਪ੍ਰੋਬਲਮ ਨਹੀਂ। ਹਰ ਜਿਹੜਾ ਸਿਸਟਮ ਆ ਇੱਕ ਸਿਸਟਮੈਟਿਕ ਨਾਲ ਚੱਲਦਾ, ਇੱਕ ਬੰਦਾ ਉਹਦੀ ਪ੍ਰਪੋਜ਼ ਕਰਦਾ, ਉਹਨੂੰ ਤਾਇਦ ਕਰਦਾ, ਮਜੀਦ ਕਰਦਾ, 3 ਮੈਂਬਰ ਕਿਸੇ ਬੰਦੇ ਦੀ ਕਰਨ ਤੇ ਉਹ ਪ੍ਰਧਾਨਗੀ ਵਾਸਤੇ ਕੈਂਡੀਡੇਟ ਹੋ ਸਕਦਾ, ਕੋਈ ਕਿਸੇ ਨੂੰ ਰੋਕ ਨਹੀਂ ਸਕਦਾ। ਇੱਥੇ ਨਾ ਪਾਰਟੀ ਰੋਕ ਸਕਦੀ ਆ, ਨਾ ਸਰਦਾਰ ਸੁਖਬੀਰ ਸਿੰਘ ਬਾਦਲ ਰੋਕ ਸਕਦੇ ਆ। ਉਹਦੇ ਚ ਕਾਰਨ ਕੀ ਆ? ਹੁਣ ਜਿਹੜੀ ਵੀ ਗੱਲ ਆ, ਅਸੀਂ ਅੰਦਰ ਦੀ ਇੱਕ ਪਾਰਟੀ ਦੇ ਅੰਦਰ ਇੱਕ ਜਾਬਤਾ ਹੁੰਦਾ, ਸਾਰੀਆਂ ਪਾਰਟੀਆਂ ਦੇ ਅੰਦਰ ਹੁੰਦਾ, ਕੱਲਾ ਅਕਾਲੀ ਦਲ ਦੇ ਅੰਦਰ ਨਹੀਂ। ਬੀਬੀ ਜੀ ਨੂੰ 3-4 ਵਾਰ ਪ੍ਰਧਾਨ ਬਣਾਇਆ, ਮੰਤਰੀ ਬਣਾਇਆ, ਪਾਰਟੀ ਦਾ ਹੱਕ ਹੈ ਕਿ ਬੀਬੀ ਜੀ ਨਾਲ ਗੱਲ ਕਰਨ। ਬੀਬੀ ਜੀ ਨੇ ਜਦੋਂ ਇਹ ਗੱਲ ਕਹੀ ਤੇ ਸੁਖਬੀਰ ਸਿੰਘ ਬਾਦਲ ਨੂੰ ਪ੍ਰਧਾਨ ਨੂੰ ਮਿਲੇ, ਤਾਂ ਉਹਨਾਂ ਨੇ ਜਦੋਂ ਇਹ ਗੱਲ ਕਹੀ ਤੇ ਉਹਨਾਂ ਨੇ ਕਿਹਾ ਵੀ ਆਪਾਂ ਆਉਣ ਵਾਲੇ ਸਮੇਂ ਦੇ ਵਿੱਚ ਇਸ ਬਾਰੇ ਫੈਸਲਾ ਕਰਾਂਗੇ, ਹਲੇ ਕੁਝ ਨਹੀਂ ਹੈਗਾ। ਉਦੋਂ ਬਾਅਦ ਬੀਬੀ ਜੀ ਨੇ ਸਰਗਰਮੀ ਨਹੀਂ ਹਟੀ, ਬਾਰ-ਬਾਰ ਹਰ ਰੋਜ਼ ਤੁਹਾਡੇ ਚੈਨਲ ਰਾਹੀਂ, ਅਖਬਾਰ ਰਾਹੀਂ ਉਹ ਇਹ ਕਹਿੰਦੇ ਆ ਕਿ ਮੈਂ ਤਾਂ ਚੋਣ ਲੜਨੀ ਆ, ਮੈਂ ਸੇਵਾ ਕਰਨੀ ਆ। ਸੇਵਾ ਤਾਂ ਹਰੇਕ ਬੰਦਾ ਚਾਹੇ ਝਾੜੂ ਦੀ ਕਰੇ, ਚਾਹੇ ਪ੍ਰਧਾਨਗੀ ਦੀ ਕਰੇ, ਪਰ ਇਹਨੂੰ ਸੇਵਾ, ਪ੍ਰਧਾਨਗੀ ਲੈਣੀ ਦਾ ਮਤਲਬ ਸੇਵਾ, ਜਿਵੇਂ ਕਹਿੰਦੇ ਆ, ਜੋ ਢੰਗ ਨਾਲ ਉਹ ਕਹਿ ਰਹੇ ਸੀ। ਉਸ ਤੋਂ ਬਾਅਦ ਉਹ ਆਪਣੇ ਤੌਰ ਤੇ ਕੰਪੇਨ ਚਲਾਉਂਦੇ ਨੇ, ਮੈਂਬਰਾਂ ਕੋਲ ਜਾਂਦੇ ਨੇ। ਇਹ ਸਾਰੀ ਗੱਲ ਦੇ ਵਿੱਚ ਸਭ ਤੋਂ ਵੱਡੀ ਗੱਲ ਇਹ ਆ ਕਿ ਜਦੋਂ ਦਿੱਲੀ ਕਮੇਟੀ ਦੇ ਪ੍ਰਧਾਨ ਸਾਡੇ ਕਾਲਕਾ ਸਾਹਿਬ ਬੀਬੀ ਜੀ ਨੂੰ ਕਹਿੰਦੇ ਆ ਕਿ ਬੀਬੀ ਜੀ ਤੁਸੀਂ ਕਾਇਮ ਹੋਵੋ ਤੇ ਤੁਸੀਂ ਇਲੈਕਸ਼ਨ ਲੜੋ ਤੇ ਅਸੀਂ ਤੁਹਾਡੇ ਨਾਲ ਆ, ਉਦੋਂ ਬਾਅਦ ਦਾਦੂਵਾਲ ਸਾਹਿਬ ਇਸ ਗੱਲ ਦੀ ਹਮਾਇਤ ਦਿੰਦੇ ਨੇ ਕਿ ਬੀਬੀ ਜੀ ਬਿਲਕੁਲ ਠੀਕ ਨੇ, ਭਾਵੇਂ ਕਿ ਦਾਦੂਵਾਲ ਸਾਹਿਬ ਪਹਿਲਾਂ ਕੋਈ ਸਮਾਂ ਸੀਗਾ ਜਦੋਂ ਉਹ ਇਹਨਾਂ ਦੀ ਮੁਖਾਲਫਤ ਵੀ ਕਰਦੇ ਸੀ, ਪਰ ਚਲੋ ਖੈਰ ਉਹ ਆਪਣਾ ਵਿਚਾਰ ਆ। ਇਹ ਸਾਰੀਆਂ ਘਟਨਾਕ੍ਰਮ ਜਦੋਂ ਬਣੀਆਂ, ਉਸ ਤੋਂ ਬਾਅਦ ਸੀਨੀਅਰ ਲੀਡਰਸ਼ਿਪ ਬੀਬੀ ਜੀ ਦੇ ਘਰੇ ਗਈ ਕਿ ਬੀਬੀ ਜੀ ਜੋ ਕੁਝ ਹੋ ਰਿਹਾ ਇਹਦੇ ਨਾਲ ਪਾਰਟੀ ਦੀ ਕਹਿੰਦੇ ਹੁੰਦੇ ਆ ਨਾ ਡੈਮੇਜ ਹੋ ਰਹੀ ਆ, ਤੋ ਆਪਾਂ ਜਿਹੜੀ ਗੱਲ ਕਰਨੀ ਆ ਬਹਿ ਕੇ ਕਰੀਏ, ਅਖਬਾਰਾਂ 'ਚ ਨਾ ਜਾਈਏ, ਚੈਨਲ ਤੇ ਨਾ ਜਾਈਏ। ਇਸ ਤਰ੍ਹਾਂ ਦੇ ਬਿਆਨਬਾਜ਼ੀ ਜਿਹੜੀ ਆ ਪਾਰਟੀ ਨੂੰ ਡੈਮੇਜ ਕਰਦੀ ਆ, ਤੁਹਾਡੀ ਸੋਭਾ ਵੀ ਨਹੀਂ ਬਣਦੀ ਇਸ ਗੱਲ 'ਚ। ਪਰ ਬੀਬੀ ਜੀ ਕਹਿੰਦੇ ਵੀ ਮੈਨੂੰ ਕੋਈ ਮਤਲਬ ਨਹੀਂ, ਮੈਂ ਇਲੈਕਸ਼ਨ ਲੜਨੀ ਆ, ਤੇ ਇਸ ਗੱਲ ਕਰਕੇ ਉਹਨਾਂ ਨੂੰ, ਕਿਉਂਕਿ ਜੇ ਤੁਸੀਂ ਨਾ ਕੱਢਦੇ ਤਾਂ ਕੱਲ ਨੂੰ ਬੀਬੀ ਜੀ ਨੇ ਪ੍ਰੈਸ ਕਾਨਫਰੰਸ ਕਰਕੇ ਉਹਨਾਂ ਨੇ ਪਾਰਟੀ ਨੂੰ ਛੱਡ ਦੇਣਾ ਸੀ। ਤੋ ਇਹ ਗੱਲ ਪਾਰਟੀ ਨੂੰ ਅੰਦਰ ਆਪਸੀ ਇਨਫੋਰਮੇਸ਼ਨ ਹੁੰਦੀ ਆ। ਤੁਸੀਂ ਗਰੇਵਾਲ ਸਾਹਿਬ ਤੁਸੀਂ ਐਜ ਲੈਣ ਦੀ ਕੋਸ਼ਿਸ਼ ਕੀਤੀ ਹੈ, ਤੁਸੀਂ ਐਜ ਲਿਆ ਨਹੀਂ? ਚਲੋ ਨਹੀਂ, ਐਜ ਵਾਲੀ ਗੱਲ ਨਹੀਂ ਜੀ, ਜੋ ਕੁਝ ਦਿਖਾਈ ਦੇ ਰਿਹਾ। ਹੁਣ ਤੁਸੀਂ ਜਿਹੜਾ ਕੁਝ ਦਿਸਦਾ ਵਾ ਉਸ ਨੂੰ ਤੁਸੀਂ ਅੱਖਾਂ ਮੀਚ ਕੇ ਉਹਨੂੰ ਮਿਟਾ ਤਾਂ ਸਕਦੇ ਨਹੀਂ। ਬੀਬੀ ਜੀ ਨੇ ਜੋ ਕੁਝ ਕੀਤਾ, ਜੋ ਜਿਨ੍ਹਾਂ ਲੋਕਾਂ ਨੇ ਉਹਦੀ ਹਮਾਇਤ ਕੀਤੀ, ਉਸ ਦੇ ਕੀ ਅਰਥ ਨੇ? ਤੁਸੀਂ ਅਗਲੇ ਚਲੋ ਮੈਂ ਇੱਕ ਬ੍ਰੇਕ ਲੈ ਲਵਾਂ, ਮਨਜੀਤ ਸਿੰਘ ਭੋਮਾ ਦਾ ਫੋਨ ਵੀ ਆ ਰਿਹਾ, ਮੈਂ ਪੁੱਛ ਲਵਾਂ, ਉਹਨਾਂ ਨੇ ਬੈਠਣਾ ਤਾਂ ਮੈਂ ਇੱਕ ਛੋਟਾ ਬ੍ਰੇਕ ਲੈ ਰਿਹਾ। ਬ੍ਰੇਕ ਤੋਂ ਵਾਪਸ ਆਵਾਂ, ਇਹ ਬਗਾਵਤ ਦਾ ਭਾਜਪਾ ਨਾਲ ਕਨੈਕਸ਼ਨ ਕੀ ਹੈ, ਸਵਾਲ ਇਹੀ ਹੈ, ਤੇ ਵਾਪਸ ਆ ਕੇ ਫਿਰ ਪੁੱਛਾਂਗੇ। ਇੱਕ ਵਾਰ ਫਿਰ ਤੁਹਾਡਾ ਸਵਾਗਤ ਕਰਦੇ ਹਾਂ। ਵੱਡਾ ਸਵਾਲ ਤੁਹਾਡੇ ਸਾਹਮਣੇ ਹੈ, ਐਸਜੀਪੀਸੀ ਚੋਣਾਂ ਦੀ ਬਜਾਏ ਪ੍ਰਧਾਨਗੀ ਦੀ ਚੋਣ ਤੇ ਪੋਲਿਟਿਕਸ ਕਿਉਂ ਤੱਪੀ? ਇਸ ਸਵਾਲ ਤੇ ਬਹਿਸ ਕਰ ਰਹੇ ਹਾਂ ਤੇ ਜਿਹੜਾ ਪੈਨਲ ਸਾਡੇ ਨਾਲ ਹੈ,
ਮਨਜੀਤ ਸਿੰਘ ਭੋਮਾ ਵੀ ਸਾਡੇ ਨਾਲ ਜੁੜ ਗਏ ਨੇ, ਜਿਹੜੇ ਧਰਮ ਪ੍ਰਚਾਰ ਕਮੇਟੀ ਦੇ ਪੰਜਾਬ ਦੇ ਮੁਖੀ ਹੈ, ਦਿੱਲੀ ਕਮੇਟੀ ਦੇ। ਮਨਜੀਤ ਸਿੰਘ ਭੋਮਾ, ਤੁਹਾਡਾ ਬਹੁਤ ਸਵਾਗਤ ਹੈ ਸਰ। ਹਾਂ, ਗਰੇਵਾਲ ਸਾਹਿਬ। ਧੰਨਵਾਦ। ਸ਼ੁਕਰੀਆ ਜੀ। ਗਰੇਵਾਲ ਸਾਹਿਬ, ਇੱਕ ਸਵਾਲ ਦਾ ਜਵਾਬ ਦਿਓ, ਫਿਰ ਮੈਂ ਬਾਕੀ ਪੈਨਲਿਸਟ ਕੋਲ ਜਾਣਾ। ਮੈਂ ਤੁਹਾਨੂੰ ਪਹਿਲਾਂ ਹੀ ਬਹੁਤ ਵਕਤ ਦਿੱਤਾ। ਗਰੇਵਾਲ ਸਾਹਿਬ, ਕੀ ਐਸਜੀਪੀਸੀ ਵਿੱਚ ਵੀ ਭਾਜਪਾ ਦਾ ਆਪਰੇਸ਼ਨ ਲੋਟਸ ਹੈ? ਨਹੀਂ, ਤੇ ਆਪਰੇਸ਼ਨ ਲੋਟਸ ਵਾਲੀ ਗੱਲ ਮੈਂ ਇਹਨੂੰ ਉਸ ਤਰ੍ਹਾਂ ਦੀ ਰਲਗੜ ਚ ਨਹੀਂ ਕਰਨਾ ਚਾਹੁੰਦਾ। ਮੈਂ ਇੱਕ ਬੇਨਤੀ ਇਹ ਕਰਨੀ ਚਾਹੁੰਦਾ ਕਿ ਇਹ ਜੋ ਕੁਝ ਅੱਜ ਧਾਮੀ ਸਾਹਿਬ ਨੇ ਜ਼ਿਕਰ ਕੀਤਾ, ਇੱਕ ਪ੍ਰਧਾਨ ਹੋਣ ਦੇ ਨਾਤੇ ਜਿਹੜੀ ਉਹਨਾਂ ਦੀ ਬਿਆਨਬਾਜ਼ੀ ਹੈ, ਕਿਉਂਕਿ ਜਿੰਨੇ ਮੈਂਬਰ ਆ ਉਹਨਾਂ ਨੂੰ ਆ ਕੇ ਮਿਲਦੇ ਆ ਤੇ ਉਹ ਆਪਣਾ ਆਪਣਾ ਪੱਖ ਦੱਸਦੇ ਆ। ਜਿਹੜਾ ਪਿਛਲੇ ਦਿਨਾਂ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੇ ਲੀਡਰ ਸਾਹਿਬਾਨ ਵੱਲੋਂ ਉਹਨਾਂ ਨੂੰ ਫੋਨ ਕੀਤੇ ਜਾ ਰਹੇ ਨੇ, ਦੂਸਰੇ ਤਰਫੋਂ ਕਹਿ ਰਿਹਾ ਵੀ ਹਰ ਤਰੀਕੇ ਦਾ ਹਥਿਆਰ ਵਰਤ ਕੇ ਉਹਨਾਂ ਨੂੰ ਜਿਹੜਾ ਸਾਥ ਲੈਣ ਦੀ ਗੱਲ ਕੀਤੀ ਜਾ ਰਹੀ ਆ। ਇਹ ਗੱਲ ਦਿਖਾਈ ਦੇ ਰਹੀ ਆ ਕਿ ਇਹਨੂੰ ਤੁਸੀਂ ਲੋਟਸ ਦਾ ਨਾਂ ਦਿਓ, ਮੈਂ ਇਹੋ ਜਿਹਾ ਨਾਂ ਨਹੀਂ ਦਊਂਗਾ, ਪਰ ਗੱਲ ਇਹ ਆ ਕਿ ਇਹ ਤਾਂ ਅਸੀਂ ਕਹਿੰਦੇ ਆ ਕਿ ਇਹ ਤੋਂ ਪਹਿਲਾਂ ਸਹੇ ਪਿਆ ਪੈ ਚੁੱਕਿਆ। ਹੁਣ ਭੋਮਾ ਜੀ ਬੈਠੇ ਨੇ, ਮੇਰੇ ਮਿੱਤਰ ਨੇ, ਮੇਰੇ ਸਾਥੀ ਵੀ ਨੇ, ਮੇਰੇ ਬਾਰੇ ਬਹੁਤ ਕੁਝ ਕਹਿਣਗੇ ਵੀ ਹੁਣ ਆਪਣੀ ਪਾਰਟੀ ਦਾ ਪੱਖ ਰੱਖਣਗੇ। ਇਹ ਜਿਵੇਂ ਕਾਲਕਾ ਜੀ ਹੋਣੀ ਸੀ, ਸਾਰੇ ਅਕਾਲੀ ਦਲ ਨਾਲ ਸੰਬੰਧਿਤ ਸੀਗੇ, ਉਦੋਂ ਬਾਅਦ ਸਾਰੇ ਚਲੇ ਗਏ, ਹੁਣ ਇਸ ਟਾਈਮ ਬੀਜੇਪੀ ਦੀ ਝੋਲੀ ਚ ਨੇ, ਬੀਜੇਪੀ ਦੀ ਬੋਲੀ ਬੋਲ ਰਹੇ ਨੇ। ਹੁਣ ਤੁਸੀਂ ਵੇਖੋ ਕਿ ਮੈਨੂੰ ਇੱਕ ਦਾ ਸਕਿੰਟ ਦਾ ਟਾਈਮ ਦਿਓ ਕਿ ਹਰਿਆਣਾ ਦੇ ਵਿੱਚ ਕੀ ਹੋਇਆ। ਸ਼੍ਰੋਮਣੀ ਕਮੇਟੀ ਨੂੰ ਤੋੜ ਕੇ ਹਰਿਆਣਾ ਕਮੇਟੀ ਬਣਾਉਣ ਦਾ ਜਿਹੜਾ ਫੈਸਲਾ ਹੋਇਆ, ਲੋਕਤੰਤਰ ਦੇ ਮੁਤਾਬਕ 11 ਮੈਂਬਰ ਸਾਡੇ ਉੱਥੋਂ ਚੁਣੇ ਜਾਂਦੇ ਰਹੇ ਆ, ਤੇ ਉਸ ਤੋਂ ਬਾਅਦ ਜਿਹੜੀ ਆ ਕਾਂਗਰਸ ਨੇ 2014 ਚ 41 ਮੈਂਬਰ ਬਣਾਤੇ। ਉਹ 41 ਮੈਂਬਰਾਂ ਤੋਂ ਬਾਅਦ ਅੱਜ ਖੱਟਰ ਸਾਹਿਬ ਦੀ ਸਰਕਾਰ ਦੇ ਵਿੱਚ ਜਿਹੜੇ ਸਤਿਕਾਰਯੋਗ ਨੇ ਭਾਰਤੀ ਜਨਤਾ ਪਾਰਟੀ ਦੇ ਵਿੱਚ ਸਾਡੇ ਜਿਹੜੇ ਦਾਦੂਵਾਲ ਸਾਹਿਬ, ਉਹ ਪ੍ਰਧਾਨ ਨਹੀਂ ਸੀ ਬਣਦੇ, ਰੌਲਾ ਪੈ ਗਿਆ ਤੇ ਦੁਬਾਰਾ ਫਿਰ ਹਰਿਆਣਾ ਸਰਕਾਰ ਨੇ ਇੱਕ ਪ੍ਰੋਗਰਾਮ ਬਣਾਇਆ ਕਿ 41 ਬੰਦੇ ਅਸੀਂ ਪਹਿਲੀ ਭੰਗ ਕਰਕੇ 41 ਹੋਰ ਬਣਾਵਾਂਗੇ। ਇੱਥੋਂ ਦਿਖਾਈ ਦੇ ਰਿਹਾ ਕਿ ਕਿਵੇਂ ਹਰ ਨਵੀਂ ਸਵੇਰ ਕਿਸੇ ਨਾ ਕਿਸੇ ਢੰਗ ਨਾਲ ਭਾਰਤੀ ਜਨਤਾ ਪਾਰਟੀ ਕਿਉਂ ਇਹੋ ਜਿਹੇ ਪ੍ਰੋਗਰਾਮ। ਠੀਕ ਹੈ ਗਰੇਵਾਲ ਸਾਹਿਬ, ਆਪਾਂ ਵਕਤ ਬਹੁਤ ਲੈ ਰਹੇ ਹਾਂ, ਮੈਨੂੰ ਇੱਕ ਸਵਾਲ ਦਾ ਜਵਾਬ ਤੁਸੀਂ ਸਿੱਧਾ ਦੇ ਦਿਓ ਨਾ ਗਰੇਵਾਲ ਸਾਹਿਬ, ਮੈਂ ਡਿਬੇਟ ਓਪਨ ਕਰਨੀ ਹੈ। ਫਿਰ ਗਰੇਵਾਲ ਸਾਹਿਬ, ਮੈਨੂੰ ਇੱਕ ਸਵਾਲ ਦਾ ਜਵਾਬ ਦਿਓ, ਤੁਸੀਂ ਆਪਰੇਸ਼ਨ ਲੋਟਸ ਦੇ ਮਾਮਲੇ ਵਿੱਚ ਆਮ ਆਦਮੀ ਪਾਰਟੀ ਤੋਂ ਸਬੂਤ ਮੰਗਦੇ ਸੀਗੇ, ਤੁਹਾਡੇ ਕੋਲ ਸਬੂਤ ਹੈਗਾ? ਲਾਲਪੁਰਾ ਜੀ ਨੇ ਕਿਹਨੂੰ ਕਿਵੇਂ ਅਪਰੋਚ ਕੀਤਾ? ਕੋਈ ਰਿਕਾਰਡਿੰਗ, ਕੋਈ ਸਬੂਤ? ਕੋਈ ਦੇਖੋ, ਕਿਸੇ ਤਰ੍ਹਾਂ ਦੀ ਪਰਦੇ ਵਿੱਚ ਨਹੀਂ ਗੱਲ ਕੀਤੀ ਗਈ। ਰਜਿੰਦਰ ਸਿੰਘ ਧਾਮੀ ਬੜੇ ਸਰ ਸਬੂਤ ਹੈਗਾ, ਉਹ ਵਕੀਲ ਵੀ ਨੇ ਧਾਮੀ ਸਾਹਿਬ, ਤੁਸੀਂ ਬਹੁਤ ਪੜ੍ਹੇ ਲਿਖੇ ਹੋ ਗਰੇਵਾਲ ਸਾਹਿਬ, ਸਬੂਤ ਹੈਗਾ ਜਾਂ ਸਿਆਸਤ ਵਿੱਚ ਕੋਈ ਸਬੂਤ ਨਹੀਂ ਹੁੰਦਾ, ਸਿਰਫ ਇਲਜ਼ਾਮ ਹੁੰਦੇ ਆ? ਨਹੀਂ, ਏਦਾਂ ਨਹੀਂ ਹੁੰਦਾ। ਇਹਨਾਂ ਨੂੰ ਵੀ ਪਤਾ, ਜਿਨ੍ਹਾਂ ਨੂੰ ਫੋਨ ਕੀਤੇ ਉਹਨਾਂ ਨੂੰ ਵੀ ਪਤਾ। ਮੈਂ ਇਹ ਦੱਸਣਾ ਚਾਹੁੰਦਾ ਕਿ ਧਾਮੀ ਸਾਹਿਬ ਨੇ ਜੇ ਗੱਲ ਕਹੀ ਆ ਤੇ ਉਹਦੀ ਪੁਸ਼ਟੀ ਵੀ ਕਰਨਗੇ। ਚਲੋ ਠੀਕ ਹੈ ਗਰੇਵਾਲ ਸਾਹਿਬ, ਤੁਹਾਡਾ ਟੇਕ ਆ ਗਿਆ। ਕਰਨਲ ਜੈਬੰਦ ਸਿੰਘ, ਤੁਹਾਡੇ ਐਡੇ ਵੱਡੇ ਲੀਡਰ ਤੇ ਇਲਜ਼ਾਮ ਲੱਗਿਆ ਕਿ ਬੀਜੇਪੀ ਉਹਨਾਂ ਨੂੰ ਬੈਕ ਕਰੂਗੀ, ਜੇ ਬੈਕ ਕਰੂਗੀ ਤਾਂ ਕੀ ਇਕਬਾਲ ਸਿੰਘ ਲਾਲਪੁਰਾ ਇਸ ਨੂੰ ਲੀਗਲੀ ਡਿਫੈਂਡ ਕਰਨਗੇ ਜਾਂ ਨਹੀਂ? ਕਰਨਲ ਜੈਬੰਦ ਸਿੰਘ, ਜਾਂ ਇਹ ਸਿਆਸਤ ਸਬੂਤ ਨਹੀਂ ਮੰਗਦੀ, ਸਿਆਸਤ ਇਲਜ਼ਾਮਾਂ ਤੇ ਚੱਲਦੀ ਹੈ? ਇਲਜ਼ਾਮ ਲੱਗਿਆ ਵਾ, ਇਲਜ਼ਾਮ ਤੇ ਇਹਨਾਂ ਚੀਜ਼ਾਂ ਦੇ ਵਿੱਚ ਲੱਗਦੇ ਰਹਿੰਦੇ ਨੇ। ਇਹਨੂੰ ਲੀਗਲੀ ਕਾਹਦੇ ਵਾਸਤੇ ਡਿਫੈਂਡ ਕਰਨਾ, ਜਦੋਂ ਸਾਡੇ ਦਿਲ ਦੇ ਵਿੱਚ ਕੋਈ ਖੋਟ ਹੀ ਹੈ ਨਹੀਂ ਤੇ ਅਸੀਂ ਉਹਨੂੰ ਕਾਹਦੇ ਵਾਸਤੇ ਡਿਫੈਂਡ ਕਰਾਂਗੇ? ਮੈਂ 1 ਮਿੰਟ ਲੈ ਕੇ ਤੇ ਤੁਹਾਨੂੰ ਦੱਸ ਦੇਣਾ ਸਾਡੀ ਪਾਲਿਸੀ ਕੀ। ਦੇਖੋ, ਪਹਿਲੀ ਗੱਲ ਤੇ ਅਗਰ ਡੈਫੀਨੇਟਲੀ ਬੀਜੇਪੀ ਆਪਣੀ ਛਵੀ ਬਣਾਉਣੀ ਚਾਹੁੰਦੀ ਹੈ, ਆਪਣਾ ਇੱਕ ਰੋਲ ਬਣਾਉਣਾ ਚਾਹੁੰਦੀ ਹੈ ਪੰਜਾਬ ਦੇ ਵਿੱਚ, ਇਹਦੇ 'ਚ ਤਾਂ ਕੋਈ ਸ਼ੱਕ ਨਹੀਂ ਹੈ। ਪਰ ਬੀਜੇਪੀ ਦੀ ਜਿਹੜੀ ਪਾਲਿਸੀ ਹੈ ਰੋਲ ਬਣਾਉਣ ਦੀ, ਕਿਤੇ ਵੀ ਉਹ ਡਿਵੈਲਪਮੈਂਟ ਬੇਸਡ ਪਾਲਿਸੀ ਹੁੰਦੀ ਹੈ। ਅਸੀਂ ਗੁਰਦੁਆਰੇ ਦੇ ਵੱਲ ਜਾ ਕੇ ਜਾਂ ਰਿਲੀਜੀਅਸ ਪੋਲਿਟਿਕਸ ਨੂੰ ਛੱਡ ਕੇ ਅਸੀਂ ਡਿਵੈਲਪਮੈਂਟ ਪੋਲਿਟਿਕਸ ਦੇ ਵੱਲ ਜਾਣਾ ਚਾਹੁੰਦੇ ਹਾਂ। ਤੇ ਇਹ ਰਿਲੀਜੀਅਸ ਪੋਲਿਟਿਕਸ ਦੇ ਵਿੱਚ ਜਿਹੜਾ ਸਾਨੂੰ ਅਨਨੈਸੈਸਰੀ ਘਸੇੜਿਆ ਜਾ ਰਿਹਾ ਨਾ, ਇਹ ਸਾਡੇ ਵਾਸਤੇ ਪੋਲੀਟੀਕਲੀ, ਰਾਜਨੀਤੀ ਦੇ ਤੌਰ ਦੇ ਉੱਤੇ ਡੈਟਰੀਮੈਂਟਲ ਹੈ। ਤੁਸੀਂ ਇਹ ਸਮਝੋ KP ਸਿੰਘ ਜੀ, ਕਰਨਲ ਜੈਬੰਦ ਸਿੰਘ, ਮੈਂ ਇੱਕ ਸਵਾਲ ਕਰ ਰਿਹਾ ਤੁਹਾਨੂੰ, ਤੁਸੀਂ ਇਹ ਕਹਿਣਾ ਚਾਹੁੰਦੇ ਹੋ ਕਿ ਜਿਹੜੀ ਤੁਹਾਡੀ ਰਿਲੀਜੀਅਸ ਪੋਲਿਟਿਕਸ ਹੈਗੀ ਆ ਬਾਕੀ ਭਾਰਤ ਦੇ ਵਿੱਚ, ਕਿ ਉਸ ਪੋਲੀਟੀਕਲ ਏਜੰਡੇ ਦੇ ਬੇਸ ਤੇ ਤੁਹਾਨੂੰ ਅਕਾਲੀ ਦਲ ਘੜੀਸ ਰਿਹਾ, ਚਲੋ ਵੀ ਤੁਹਾਨੂੰ ਵੀ ਫਾਇਦਾ ਹੋ ਜਾਵੇ, ਕੋਈ ਸਾਨੂੰ ਵੀ ਫਾਇਦਾ ਹੋ ਜਾਵੇ, ਤੇ ਬਾਕੀ ਪਾਰਟੀਆਂ ਜਿਹੜੀ ਥੋੜੀ ਬਹੁਤ ਰੂਪਰੇਖਾ ਬਣਦੀ ਪਈ ਉਹਨੂੰ ਆਪਾਂ ਡਿਕਲਾਈਨ ਕਰ ਦਈਏ? ਅਕਾਲੀ ਦਲ ਤਾਂ ਸਾਰਾ ਪ੍ਰੋਬਲਮ ਹੀ ਅਕਾਲੀ ਦਲ ਦਾ ਪਿਆ ਹੋਇਆ ਨਾ ਜੀ। ਅਕਾਲੀ ਦਲ ਅਗਰ ਆਪਣੇ ਆਪ ਨੂੰ ਰਿਲੀਜੀਅਸ ਪੋਲਿਟਿਕਸ ਤੋਂ ਬਾਹਰ ਰੱਖਦਾ, ਅਗਰ ਅਕਾਲੀ ਦਲ ਇੱਕ ਡਿਵੈਲਪਮੈਂਟ ਦਾ ਏਜੰਡਾ ਫੜਦਾ ਤੇ ਅੱਜ ਦਾ ਦਿਨ ਹੀ ਨਹੀਂ ਸੀ ਆਣਾ, ਸ਼ਾਇਦ ਹੁਣ ਵੀ ਅਸੀਂ ਉਹਨਾਂ ਦੇ ਭਾਈਵਾਲ ਹੁੰਦੇ। ਪ੍ਰੋਬਲਮ ਤੇ ਉਦੋਂ ਹੀ ਪਈ ਜਦੋਂ ਅਕਾਲੀ ਦਲ ਨੇ SGPC ਦੇ ਉੱਤੇ ਆਪਣਾ ਪੂਰਾ ਕੰਟਰੋਲ ਕਰ ਲਿਆ, ਜਿਹਦੇ ਕਾਰਨ ਕਿ ਅਕਾਲੀ ਦਲ ਨੂੰ ਪੂਰੇ ਪੰਜਾਬ ਨੇ ਰਿਜੈਕਟ ਕਰ ਦਿੱਤਾ।
ਹੁਣ ਅਸੀਂ ਐਸਜੀਪੀਸੀ ਦਾ ਕੰਟਰੋਲ ਕਰਾ ਕੇ ਹਜੇ ਤੇ ਅਸੀਂ ਸਿਲੈਕਟ ਵੀ ਨਹੀਂ ਹੋਏ, ਐਸਜੀਪੀਸੀ ਦਾ ਕੰਟਰੋਲ ਕਰਕੇ ਅਸੀਂ ਆਪਣੇ ਆਪ ਨੂੰ ਪੋਲੀਟੀਕਲੀ ਰਿਜੈਕਟ ਕਰਾਂਗੇ? ਕੇਪੀ ਸਿੰਘ ਜੀ, ਕਿਹੜੀ ਡਿਬੇਟ ਚੱਲ ਰਹੀ ਹੈ? ਦਿਸ ਕੈਨੋਟ ਬੀ ਦ ਪਾਲਿਸੀ ਨਹੀਂ ਆਫ ਦ ਕਰਨ ਜੈਮਲ ਬੀਜੇਪੀ। ਸਿੰਘ, ਕਰਨ ਜੈਮਲ, ਤੁਸੀਂ ਸਿੱਧੇ ਸ਼ਬਦਾਂ ਵਿੱਚ ਇਹ ਕਹਿ ਸਕਦੇ ਹੋ ਕਿ ਜੇ ਤੁਸੀਂ ਐਸਜੀਪੀਸੀ ਦੀ ਪੋਲਿਟਿਕਸ ਦੇ ਵਿੱਚ ਸਿੱਧੇ ਤੌਰ ਤੇ ਆ ਗਏ ਤਾਂ ਤੁਹਾਨੂੰ ਬਾਕੀ ਦੇਸ਼ ਦੇ ਵਿੱਚ ਨੁਕਸਾਨ ਹੋ ਜਾਊਗਾ, ਕਿਉਂਕਿ ਤੁਹਾਡੀ ਰਿਲੀਜੀਅਸ ਪੋਲਿਟਿਕਸ ਹੈ ਜਿਹੜੀ ਉਹ ਬੜੀ ਮਜ਼ਬੂਤ ਹੈ ਉੱਥੇ। ਨਹੀਂ, ਬਾਕੀ ਦੇਸ਼ ਦੇ ਵਿੱਚ ਬਾਕੀ ਦੇਸ਼ ਦੀ ਤੇ ਗੱਲ ਹੀ ਛੱਡੋ ਨਾ, ਆਪਾਂ ਪੰਜਾਬ ਦੀ ਗੱਲ ਕਰ ਰਹੇ ਹਾਂ। ਪੰਜਾਬ ਦੇ ਵਿੱਚ ਅਸੀਂ ਪੂਰੀ ਕੋਸ਼ਿਸ਼ ਚਾਂ ਕਿ ਅਸੀਂ ਪੰਜਾਬ ਦੇ ਵਿੱਚ ਆਪਣੀ ਜਗ੍ਹਾ ਬਣਾਈਏ। ਅਸੀਂ ਉਹਦੇ ਵਾਸਤੇ ਰੂਰਲ ਏਰੀਆਜ਼ ਦੇ ਵਿੱਚ ਪਹੁੰਚਣਾ ਹੈ, ਤੇ ਸਾਡਾ ਏਜੰਡਾ ਅਗਰ ਅਸੀਂ ਪੋਲਿਟਿਕਸ ਦੇ ਵੱਲ, ਐਸਜੀਪੀਸੀ ਦੇ ਵੱਲ ਚਲਾ ਜਾਂਗੇ, ਸਾਡਾ ਏਜੰਡਾ ਡਿਰੇਲ ਹੋ ਜਾਂਦਾ ਹੈ, ਜਿੱਦਾਂ ਸ਼੍ਰੋਮਣੀ ਅਕਾਲੀ ਦਲ ਦਾ ਏਜੰਡਾ ਡਿਰੇਲ ਹੋ ਗਿਆ ਸੀ। ਸੋ ਪਲੀਜ਼, ਅਸੀਂ ਬਿਲਕੁਲ ਇਸ ਪੋਲਿਟਿਕਸ ਦੇ ਵਿੱਚ ਨਹੀਂ ਪਾਣਾ ਚਾਹੁੰਦੇ, ਗੁਰਦੁਆਰੇ ਦੇ ਪੋਲਿਟਿਕਸ ਦੇ ਵਿੱਚ ਨਹੀਂ ਪੈਣਾ ਚਾਹੁੰਦੇ। ਗਰੇਵਾਲ ਸਾਹਿਬ ਇੱਥੇ ਬੈਠੇ ਨੇ, ਮੈਂ ਉਹਨਾਂ ਨੂੰ ਦੱਸ ਰਿਹਾ ਹਾਂ। ਇਹਦਾ ਅਸੀਂ ਕਹਿੰਦੇ ਆ ਕਿ ਇੱਕ ਨਵੀਂ ਸੋਚ ਆਣੀ ਚਾਹੀਦੀ ਹੈ ਐਸਜੀਪੀਸੀ ਦੇ ਵਿੱਚ, ਤੇ ਉਹਦੇ ਵਾਸਤੇ ਇਲੈਕਸ਼ਨ ਹੋਣੀ ਚਾਹੀਦੀ ਹੈ। ਤੇ ਉਹ ਮੈਂ ਵੀ, ਹੁਣ ਤੁਸੀਂ ਮੈਨੂੰ ਪੁੱਛੋਗੇ ਇਲੈਕਸ਼ਨ ਕਿਉਂ ਨਹੀਂ ਹੋ ਰਹੀ, ਮੇਰੇ ਕੋਲ ਵੀ ਇਹਦਾ ਕੋਈ ਜਵਾਬ ਨਹੀਂ ਹੈ, ਇਹ ਤਾਂ ਪੁੱਛਣਾ ਪਏਗਾ। ਚਲੋ, ਤੁਹਾਨੂੰ ਪਤਾ ਸੀ ਮੇਰਾ ਅਗਲਾ ਸਵਾਲ ਇਹ ਹੈ, ਨਵੀਂ ਸੋਚ ਆਣੀ ਚਾਹੀਦੀ ਹੈ। ਤੁਹਾਨੂੰ ਪਤਾ ਸੀ ਮੇਰਾ ਅਗਲਾ ਸਵਾਲ ਇਹ ਹੈ, ਤੁਸੀਂ ਬਾਦਲਾਂ ਤੋਂ ਮੁਕਤ ਕਰਾਉਣਾ ਚਾਹੁੰਦੇ ਹੋ ਐਸਜੀਪੀਸੀ? ਕਰਨ ਜੈਮਲ, ਸਿੱਧਾ ਜਵਾਬ ਦੇ ਦਿਓ ਮੈਨੂੰ। ਅਸੀਂ ਬਿਲਕੁਲ ਇਹ ਚਾਹੁੰਦੇ ਹਾਂ ਕਿ ਐਸਜੀਪੀਸੀ ਦਾ ਜਿਹੜਾ ਰੋਲ ਹੈ, ਇਟ ਹੈਜ਼ ਟੂ ਬੀ ਐਨ ਆਟੋਨੋਮਸ ਬੋਡੀ ਫॉर ਆਲ ਸਿਕਸ। ਉਹ ਰੋਲ ਜਿਹੜਾ ਉਹ ਦੁਬਾਰਾ ਕਾਇਮ ਹੋ ਜਾਣਾ ਚਾਹੀਦਾ ਹੈ। ਵਿਦਆਊਟ ਬਾਦਲ ਤਾਮੀ ਇੱਕ ਵਾਰ ਬੀਬੀ ਜਗੀਰ ਕੌਰ, ਉਹ ਆਪਸ ਦੇ ਵਿੱਚ ਲੜ ਰਹੇ ਨੇ, ਸਾਨੂੰ ਐਵੇਂ ਵਿੱਚ ਘਸੀਟਿਆ ਹੋਇਆ, ਕਾਹਦੇ ਵਾਸਤੇ? ਚਲੋ, ਮਨਜੀਤ ਸਿੰਘ ਭੋਮਾ ਸਾਹਿਬ, ਤੁਸੀਂ ਸਿੱਧੀ ਸਪੋਰਟ ਕਰਤੀ ਬੀਬੀ ਜਗੀਰ ਕੌਰ ਨੂੰ, ਕਿ ਤੁਸੀਂ ਉਸ ਏਜੰਡੇ ਦੇ ਵਿੱਚ ਕਦਮ ਰੱਖਣਾ ਚਾਹੁੰਦੇ ਹੋ ਕਿ ਏਜੰਡਾ ਬਣ ਜਾਵੇ ਕਿ ਬੀਜੇਪੀ ਪਿੱਛੇ ਹੈਗੀ ਹੈ ਬੀਬੀ ਜਗੀਰ ਕੌਰ ਦੇ, ਜਾਂ ਭੋਮਾ ਸਾਹਿਬ ਕੋਈ ਹੋਰ ਪੋਲਿਟਿਕਸ ਆ ਤੁਹਾਡੀ? ਉਹ ਸ਼੍ਰੋਮਣੀ ਅਕਾਲੀ ਦਲ, ਖਾਸ ਕਰਕੇ ਬਾਦਲ ਪਰਿਵਾਰ ਦੀ ਇੱਕ ਰਵਾਇਤ ਰਹੀ ਹੈ, ਜਦੋਂ ਇਹ ਬੀਜੇਪੀ ਦੀ ਉਹਦੀ ਗੋਦ ਦਾ ਨਿੱਘ ਮਾਣ ਰਹੇ ਸੀ 35 ਸਾਲ, ਮੀਆਂ ਬੀਵੀ ਵਾਲਾ ਰਿਸ਼ਤਾ ਸੀ, 9 ਮਾਸ ਦਾ ਰਿਸ਼ਤਾ ਸੀ। ਉਦੋਂ ਜਿਹੜਾ ਵੀ ਬਾਦਲਾਂ ਦੇ ਵਿਰੁੱਧ ਆਵਾਜ਼ ਬੁਲੰਦ ਕਰਦਾ ਸੀ ਤੇ ਉਹਨੂੰ ਇਹ ਕਾਂਗਰਸ ਦਾ ਏਜੰਟ ਦੱਸਦੇ ਹੁੰਦੇ ਸੀ ਤੇ ਕਾਂਗਰਸ ਦੀ ਬੀ ਟੀਮ ਦਾ ਮੈਂਬਰ ਦੱਸਦੇ ਹੁੰਦੇ ਸੀ। ਅੱਜ ਇਹਨਾਂ ਦੀ ਬੀਜੇਪੀ ਨਾਲ ਨਹੀਂ ਬਣਦੀ, ਅੱਜ ਜਿਹੜਾ ਵੀ ਇਹਨਾਂ ਵਿਰੁੱਧ ਆਵਾਜ਼ ਬੁਲੰਦ ਕਰਦਾ ਉਹਨੂੰ ਇਹ ਬੀਜੇਪੀ ਦੀ ਟੀਮ ਦੱਸਦੇ ਆ, ਬੀਜੇਪੀ ਦਾ ਏਜੰਟ ਦੱਸਦੇ ਆ। ਗੱਲ ਘਾਟਾ ਇਹਨਾਂ ਦੇ ਵਿੱਚ ਨੇ, ਉਤਾਈਆਂ ਇਹਨਾਂ ਨੇ, ਤੇ ਜਿਹੜਾ ਵਾ ਇਹ ਦੋਸ਼ ਜਿਹੜਾ ਵਾ ਬੀਜੇਪੀ ਦੇ ਸਿਰ ਮੜ ਦੇਣਾ, ਜਾਂ ਸਰਦਾਰ ਇਕਬਾਲ ਸਿੰਘ ਲਾਲਪੁਰਾ ਤੇ ਮੜ ਦੇਣਾ, ਇਹ ਸਾਰੀ ਜਿਹੜੀ ਆ ਗੇਮ ਖੇਡ ਰਹੇ ਆ, ਇਹਦੇ ਵਿੱਚ ਕੋਈ ਸੱਚਾਈ ਨਹੀਂ ਹੈਗੀ। ਇਹ ਆਪਣੇ ਸੁਭਾਅ ਮੁਤਾਬਕ ਹੀ ਪਹਿਲਾਂ ਕਾਂਗਰਸ ਦਾ ਏਜੰਟ ਕਹਿੰਦੇ, ਹੁਣ ਬੀਜੇਪੀ ਦਾ ਏਜੰਟ ਕਹਿੰਦੇ ਆ ਸਾਰਿਆਂ ਨੂੰ। ਭੋਮਾ ਸਾਹਿਬ, ਤੁਸੀਂ ਇਕਬਾਲ ਸਿੰਘ ਲਾਲਪੁਰਾ ਦੀ ਵਕਾਲਤ ਕਰਦੇ ਪਏ ਹੋ, ਬੀਬੀ ਜਗੀਰ ਕੌਰ ਦੀ ਵਕਾਲਤ ਵੀ ਕਰਦੇ ਪਏ ਹੋ, ਸਰ ਤੁਸੀਂ ਚਾਹੁੰਦੇ ਕਿਉਂ ਅਸਲ ਵਿੱਚ? ਦੇਖੋ, ਅਸੀਂ ਇਹ ਚਾਹੁੰਦੇ ਆ ਦੇ ਵਿੱਚ ਹਮੇਸ਼ਾ ਹੀ ਜਿਹੜਾ ਨਾ ਧਰਮ ਦਾ ਕੁੰਠੀ ਤੇ ਰਿਹਾ ਵਾ, ਪਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਇੱਕ ਸਰਮੌਰ ਧਾਰਮਿਕ ਸੰਸਥਾ ਵਾ। ਜਦੋਂ ਦਾ ਬਾਦਲਾਂ ਦਾ ਇਹਦੇ ਤੇ ਕਬਜ਼ਾ ਹੋਇਆ ਵਾ, ਇਹ ਬਾਦਲਾਂ ਦੀ ਗੁਲਾਮ ਹੋਈ ਆ, ਇਹ ਸਿਆਸੀ ਰੂਪ ਇਖਤਿਆਰ ਕਰ ਗਈ ਆ। ਆਪਣਾ ਜਿਹੜਾ ਇਹਦਾ ਮੁੱਖ ਮਕਸਦ ਆ, ਮੁੱਖ ਮੰਤਵ ਆ, ਉਹਦੇ ਤੋਂ ਇਹ ਭੜ ਗਈ ਆ, ਉੱਥੋਂ ਲਿਓ ਲੈ ਗਈ ਆ। ਅੱਜ ਪੰਜਾਬ ਦੇ ਵਿੱਚ ਨਾਲ ਸਿੱਖ ਨੌਜਵਾਨੀ ਮਰ ਰਹੀ ਆ। ਸਰ ਭੋਮਾ ਸਾਹਿਬ, ਤੁਸੀਂ ਪੰਜਾਬ ਵਿੱਚ, ਤੁਸੀਂ ਭੋਮਾ ਸਾਹਿਬ ਇੱਕ ਮਿੰਟ ਸੁਣ ਤਾਂ ਲਓ ਨਾ। ਭੋਮਾ ਸਾਹਿਬ, ਤੁਸੀਂ ਧਰਮ ਪ੍ਰਚਾਰ ਕਰਨ ਵਾਸਤੇ ਆਏ ਸੀ ਪੰਜਾਬ 'ਚ, ਜਾਂ ਬਾਦਲਾਂ ਤੋਂ ਸ਼੍ਰੋਮਣੀ ਕਮੇਟੀ ਨੂੰ ਮੁਕਤ ਕਰਾਉਣ ਵਾਸਤੇ ਆਏ ਹੋ? ਨਹੀਂ, ਸਾਡਾ ਮਕਸਦ ਜਿਹੜਾ ਨਰੋਲ ਆ ਉਹ ਧਰਮ ਦਾ ਪ੍ਰਚਾਰ ਕਰਨਾ, ਪ੍ਰਸਾਰ ਕਰਨਾ ਵਾ। ਪਰ ਜਿੱਥੇ ਕੋਈ ਮਸਲਿਆਂ ਦੀ ਗੱਲ ਅਸੀਂ ਚੁੱਪ ਨਹੀਂ ਰਹਿ ਸਕਦੇ, ਉੱਥੇ ਆਵਾਜ਼ ਬੁਲੰਦ ਕਰਨਾ ਸਾਡਾ ਹੱਕ ਹੈ। ਚਲੋ, ਬੁਲੰਦ ਕਰ ਰਹੇ ਆ। ਠੀਕ ਹੈ, ਮੈਂ ਵਾਪਸ ਆ ਜਾਊਗਾ ਤੁਹਾਡੇ ਕੋਲ। ਭੋਮਾ ਸਾਹਿਬ ਵਾਪਸ ਆ ਜਾਓ। ਕੁਸ਼ਲਪਾਲ ਸਿੰਘ ਮਾਨ, ਤੁਸੀਂ ਜਗੀਰ ਕੌਰ ਦੇ ਵੀ ਵਿਰੁੱਧ ਹੋ, ਤੁਸੀਂ ਮਿਸਟਰ ਧਾਮੀ ਦੇ ਵਿਰੁੱਧ ਹੋ, ਤੁਹਾਡੇ ਕੋਲ ਇੰਨੇ ਨੰਬਰ ਹੈਗੇ ਆ ਤੁਸੀਂ ਆਪਦਾ ਕੈਂਡੀਡੇਟ ਖੜਾ ਕਰ ਸਕੋ? ਨਹੀਂ, ਸਾਡੇ ਕੋਲੇ ਅੱਜ ਨੰਬਰ ਹੈ ਨਹੀਂ, ਬਟ ਇਲੈਕਸ਼ਨ ਕਰਾਓ, ਨੰਬਰਸ ਆਉਣਗੇ। ਇਲੈਕਸ਼ਨ ਕਿਉਂ ਨਹੀਂ ਹੋ ਰਹੀ? ਦੂਜੀ ਗੱਲ ਹੈ, ਇਹ ਹਾਊਸ ਦੀ ਜਿਹੜੀ ਲੀਗਲ ਵੈਲਿਡਿਟੀ ਹੈ ਐਸ ਪਰ ਆਰਟੀਕਲ 51 ਆਫ ਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਐਕਟ, ਉਹ 5 ਸਾਲ ਦੀ ਹੈ। ਸੋ ਐਸ ਪਰ ਦ ਐਕਟ ਲੀਗਲੀ ਦੇ ਡੂ ਨਾਟ, ਦੇ ਹਾਜੇ ਮੈਂਬਰ ਹੀ ਹੈ ਨਹੀਂ, ਕਾਦੀ ਇਲੈਕਸ਼ਨ ਕਰਾ ਰਹੇ ਆ? ਇਹ ਤਾਂ ਇਲੈਕਸ਼ਨ ਥੋੜਾ ਹੈ, ਇਹ ਤਾਂ ਇੱਕ ਫਾਰਸ ਔਰ ਇੱਕ ਤੁਸੀਂ ਬਾਈਕਾਟ ਕਰੋਗੇ ਇਸ ਇਲੈਕਸ਼ਨ ਦਾ? ਤੁਸੀਂ ਨਾਰੇ ਲਾਓਗੇ ਸਿਰਫ? ਨਹੀਂ, ਅਸੀਂ ਨਾਰੇ ਅਸੀਂ ਜੋ ਵੀ ਕਰਾਂਗੇ, ਜੋ ਸਾਡਾ ਪ੍ਰੋਗਰਾਮ ਬਣੇਗਾ, ਬਟ ਇਹਦਾ ਅਸੀਂ ਡਟ ਕੇ ਵਿਰੋਧ ਕਰਾਂਗੇ। ਇਹ ਜਿਹੜਾ ਇਲੈਕਸ਼ਨ ਦੇ ਨਾਂ ਤੇ ਇੱਕ ਫਾਰਸ ਕੀਤਾ ਜਾ ਰਿਹਾ, ਔਰ ਦੂਸਰਾ
ਅਸੀਂ ਇਹਨਾਂ ਨੂੰ ਗਲੋਬਲੀ ਐਕਸਪੋਜ਼ ਕਰਾਂਗੇ, ਸਾਰੀ ਦੁਨੀਆ ਦੇ ਸਿੱਖਾਂ 'ਚ ਲੈ ਕੇ ਜਾਵਾਂਗੇ ਕਿ ਜਿਹੜੀ ਹਿੰਦ ਹਕੂਮਤ ਹੈ ਇਹ ਕਿਵੇਂ ਇਹਨਾਂ ਨੇ ਆਪਦੇ ਆਪ ਨੂੰ ਕਲੇਮ ਕਰਦੇ ਆ ਦ ਬਿਗੇਸਟ ਡੈਮੋਕ੍ਰੇਸੀ ਇਨ ਦ ਵਰਲਡ, ਕਲੇਮ ਕਰਦੇ ਆ, ਹੈ ਨਹੀਂ ਹੈ। ਨਹੀਂ ਖੁਸ਼ਬੂ ਮਾਨ ਤੋਂ ਆਪਦਾ ਏਜੰਡਾ ਕਲੀਅਰ ਕਰੋ ਨਾ, ਜਾਂ ਤੁਸੀਂ ਕਹੋ ਇਹ ਫ੍ਰੈਂਡਲੀ ਮੈਚ ਖੇਡਦੇ ਪਏ ਆ ਤੁਸੀਂ ਤਾਂ ਕਰਕੇ ਇਹ ਤਾਂ ਬਿਲਕੁਲ ਇੱਕ ਤਾਂ ਗੱਲ ਸੁਣੋ, ਦੇਖੋ ਬੜੀ ਕਲੀਅਰ ਗੱਲ ਹੈ। ਹਾਂ, ਇਹ ਆਪਸ ਦੇ ਵਿੱਚ ਅੱਗੇ ਜਿਹੜਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਜਿਹੜੀ ਇੰਡੀਅਨ ਸਟੇਟ ਹੈ ਥਰੂ ਜਾਂ ਬੀਜੇਪੀ ਹੈ ਥਰੂ ਬਾਦਲ ਪਰਿਵਾਰ ਕੋਰਟ ਕੰਟਰੋਲ ਕਰਦੀ ਸੀ, ਹੁਣ ਇਹ ਆਪਦਾ ਨਵਾਂ ਇੱਕ ਜਿਹੜਾ ਫੇਸ ਹੈ ਉਹ ਲਿਆਉਣਾ ਚਾਹੁੰਦੇ ਨੇ। ਇਹਦੇ ਵਿੱਚ ਤਾਂ ਕੋਈ ਸ਼ੱਕ ਹੀ ਨਹੀਂ ਹੈ, ਇਸੇ ਕਰਕੇ ਇਲੈਕਸ਼ਨ ਨਹੀਂ ਕਰਾ ਰਹੇ। ਅੱਜ ਜਿਹੜਾ ਪੰਜਾਬ ਦੇ ਹਾਲਾਤ ਨੇ ਉਹਦੇ ਚ ਇਲੈਕਸ਼ਨ ਹੋ ਜੇ ਤਾਂ ਇਹਨਾਂ ਦੇ ਕੋਲੇ ਨਾ ਬਾਦਲ ਪਰਿਵਾਰ ਕੋਲੇ ਕੁਛ ਆਵੇ ਤੇ ਨਾ ਬੀਜੇਪੀ ਕੋਲੇ ਕੁਛ। ਚਲੋ ਇਹ ਵੱਡਾ ਸਵਾਲ ਹੈ, ਮੈਂ ਛੋਟਾ ਬ੍ਰੇਕ ਲੂੰਗਾ, ਬ੍ਰੇਕ ਤੋਂ ਵਾਪਸ ਆਵਾਂਗੇ। ਇਸੇ ਸਵਾਲ ਤੇ ਬਹਿਸ ਹੋਵੇਗੀ ਕਿ ਬਗਾਵਤ ਦਾ ਭਾਜਪਾ ਨਾਲ ਕਨੈਕਸ਼ਨ ਕੋਈ ਹੈਗਾ ਜਾਂ ਇਸ ਪੂਰੀ ਪ੍ਰਧਾਨਗੀ ਦੀ ਚੋਣ ਦੇ ਨਾਲ ਕੋਈ ਵਿਰੋਧੀ ਪਾਰਟੀਆਂ ਜਿਹੜਾ ਇੱਕ ਗਰਾਊਂਡ ਤਿਆਰ ਕਰਦੀਆਂ ਪਈਆਂ ਕਿ ਇਲੈਕਸ਼ਨ ਅਨਾਉਂਸ ਕੀਤੀ ਜਾਵੇ। ਸਵਾਲ ਇਹ ਵੀ ਹੈ। ਵਾਪਸ ਆ ਰਿਹਾ। एक बार फिर ਤੁਹਾਡਾ ਸਵਾਗਤ ਹੈ। ਵੱਡਾ ਸਵਾਲ ਤੁਹਾਡੇ ਸਾਹਮਣੇ, ਐਸਜੀਪੀਸੀ ਚੋਣਾਂ ਦੀ ਬਜਾਏ ਪ੍ਰਧਾਨਗੀ ਦੀ ਚੋਣ ਤੇ ਪੋਲਿਟਿਕਸ ਕਿਉਂ ਤਪੀ? ਭੰਮਾ ਸਾਹਿਬ, ਤੁਸੀਂ ਐਸਜੀਪੀਸੀ ਦੀਆਂ ਜਿਹੜੀਆਂ ਮੁੱਖ ਚੋਣਾਂ ਉਹਦੀ ਮੰਗ ਕਿਉਂ ਨਹੀਂ ਕਰਦੇ ਪਏ? ਭੰਮਾ ਸਾਹਿਬ ਦੇਖੋ, ਅੱਜ ਦਾ ਏਜੰਡਾ 9 ਨਵੰਬਰ ਦੀ ਜੋ ਜਨਰਲ ਇਜਲਾਸ 'ਚ ਪ੍ਰਧਾਨਗੀ ਦੀ ਚੋਣ ਹੈ ਜਾਂ ਬਾਕੀ ਅਹੁਦੇਦਾਰਾਂ ਦੀ ਚੋਣ ਆ ਉਹਦੇ ਤੇ ਬਹਿਸ ਹੋ ਰਹੀ ਹੈ। ਨਹੀਂ ਭੰਮਾ ਸਾਹਿਬ, ਇਹ ਏਜੰਡਾ ਤੁਹਾਡਾ ਹੋਊਗਾ ਨਾ ਭੰਮਾ ਸਾਹਿਬ। ਸਾਡਾ ਤਾਂ ਸਿੱਧਾ ਸਵਾਲ ਹੈ, ਐਸਜੀਪੀਸੀ ਦੀਆਂ ਜਿਹੜੀਆਂ ਮੇਨ ਚੋਣਾਂ ਹੋਣੀਆਂ, ਮੁੱਖ ਚੋਣਾਂ, ਉਹਦੀ ਮੰਗ ਕਿਉਂ ਨਹੀਂ ਸਰ ਹੋ ਰਹੀ? ਦੇਖੋ, ਮੈਂ ਉਹੀ ਗੱਲ ਕਰ ਰਿਹਾ ਜੀ, ਮੈਂ ਉਧਰੇ ਜਾ ਰਿਹਾ ਵਾਂ। ਹਾਂ, ਉਹ ਚੋਣਾਂ ਕਿਹਨਾਂ ਨੇ? ਦੇਖੋ, ਬਾਦਲ ਪਰਿਵਾਰ ਜਾਂ ਬਾਦਲ ਅਕਾਲੀ ਦਲ ਲੰਮਾ ਸਮਾਂ ਬੀਜੇਪੀ ਦੇ ਨਾਲ ਜਿਹੜਾ ਵਾ ਉਹ ਸੱਤਾ 'ਚ ਰਹੇ ਨੇ ਤੇ ਇਹਨਾਂ ਹੀ ਬਾਦਲ ਪਰਿਵਾਰ ਨੇ ਅੱਜ ਤੱਕ ਚੋਣਾਂ ਨਹੀਂ ਹੋਣ ਦਿੱਤੀਆਂ। ਇਹ ਚੋਣਾਂ ਜਿਹੜੀਆਂ ਨੇ ਕੀ ਨਾਮ ਆ ਆਪਣਾ ਵਕਤ ਵੀ ਆ ਚੁੱਕੀਆਂ ਨੇ। ਇਹਨਾਂ ਦਾ ਜਿਹੜਾ ਅਜਲਾਸ ਆ ਉਹ ਤੇ ਵੈਸੇ ਹੀ ਭੰਗ ਗਿਆ। ਇਹ ਪਤਾ ਨਹੀਂ ਕਿਹੜੇ ਸਿਸਟਮ ਦੇ ਨਾਲ ਚੋਣਾਂ ਲੜ ਰਹੇ ਆ ਜਾਂ ਚੋਣਾਂ ਹੋ ਰਹੀਆਂ ਨੇ, ਕਿਉਂਕਿ ਹਾਊਸ ਹੀ ਜਿਹੜਾ ਵਾ ਉਹ ਇਹ ਖਤਮ ਹੋ ਚੁੱਕਾ, ਡੰਗ ਇਹਦੀ ਹੋਂਦ ਖਤਮ ਹੋ ਚੁੱਕੀ ਆ। ਨਹੀਂ ਭੰਮਾ ਸਾਹਿਬ, ਤੁਹਾਡੇ ਕੋਲ ਤਾਂ ਬਹੁਤ ਵਧੀਆ ਰਸਤੇ ਹੈਗੇ ਆ। ਮਨਜੀਤ ਸਿੰਘ ਸਿਰਸਾ ਹੋਰਾਂ ਨੂੰ ਕਹੋ ਉਹ ਬੀਜੇਪੀ ਦੇ ਵਿੱਚ ਗੱਲ ਕਰਨ, ਗ੍ਰਹਿ ਮੰਤਰਾਲੇ ਤੱਕ ਅਪਰੋਚ ਕਰਨ, ਉਹਦਾ ਅਕਸਰ ਮਿਲਦੇ ਰਹਿੰਦੇ ਆ। ਦੇਖੋ, ਸਾਡਾ ਬੀਜੇਪੀ ਨਾਲ ਜਾਂ ਕਿਸੇ ਹੋਰ ਧਿਰ ਦੇ ਨਾਲ ਐਸੀ ਕੋਈ ਗੱਲ ਨਹੀਂ ਆ, ਪਰ ਜਿੱਥੋਂ ਤੱਕ ਚੋਣਾਂ ਕਰਾਉਣ ਦਾ ਸੰਬੰਧ ਆ, ਅਸੀਂ ਜ਼ਰੂਰ ਸਮੇਂ-ਸਮੇਂ ਸਾਡੀ ਲੀਡਰਸ਼ਿਪ ਗ੍ਰਹਿ ਮੰਤਰੀ ਨੂੰ ਵੀ ਮਿਲਦੇ ਰਹੇ ਆ, ਪ੍ਰਧਾਨ ਮੰਤਰੀ ਨੂੰ ਵੀ ਮਿਲਦੇ ਰਹੇ ਆ, ਪਰ ਚੋਣਾਂ ਨੂੰ ਪਿਛਲੇ ਲੰਮੇ ਸਮੇਂ ਇਹ ਬਾਦਲ ਪਰਿਵਾਰ ਨੇ ਲਟਕਾਈਆਂ ਨੇ ਜਦੋਂ ਇਹ ਬੀਜੇਪੀ ਦੇ ਨਾਲ ਇਹ ਭਾਈਵਾਲ ਸਨ। ਅਸੀਂ ਤੇ ਅੱਜ ਵੀ ਚਾਹੁੰਦੇ ਆ ਕਿ ਪੰਜਾਬ ਦੇ ਵਿੱਚ ਚੋਣਾਂ ਹੋਣ। ਅਸੀਂ ਨਹੀਂ ਚਾਹੁੰਦੇ ਪੰਜਾਬ ਦਾ ਪੰਥਕ ਦਰਦੀ ਚਾਹੁੰਦੇ ਆ, ਸਿੱਖਾਂ ਚਾਹੁੰਦੀਆਂ ਨੇ ਕਿ ਪੰਜਾਬ ਦੇ ਵਿੱਚ ਸ਼੍ਰੋਮਣੀ ਗੁਰਦੁਆਰਾ। ਨਹੀਂ ਭੰਮਾ ਸਾਹਿਬ, ਸਵਾਲ ਇਸ ਕਰਕੇ ਆ, ਤੁਸੀਂ ਕਹਿੰਦੇ ਸਾਡਾ ਕਿਸੇ ਨਾਲ ਲੈਣਾ ਦੇਣਾ ਨਹੀਂ ਹੈਗਾ ਸਿਆਸੀ ਧਿਰ ਨਾਲ। ਤੁਸੀਂ ਬੀਜੇਪੀ ਨੂੰ ਰਿਐਕਟ ਕਰਦੇ ਪਏ ਹੋ, ਸਾਡਾ ਬੀਜੇਪੀ ਨਾਲ ਕੋਈ ਲੈਣਾ ਦੇਣਾ ਨਹੀਂਗਾ। ਭੰਮਾ ਸਾਹਿਬ ਸਵਾਲ ਲੈ ਲਓ ਨਾ। ਭੰਮਾ ਸਾਹਿਬ ਸਵਾਲ ਲੈ ਲਓ। ਭੰਮਾ ਸਾਹਿਬ, ਤੁਸੀਂ ਸਿੱਧਾ ਰਿਜੈਕਟ ਕਰਦੇ ਪਏ, ਬੀਜੇਪੀ ਨਾਲ ਸਾਡਾ ਕੋਈ ਲੈਣਾ ਦੇਣਾ ਨਹੀਂ। ਪਰ ਲਾਲਪੁਰਾ ਸਾਹਿਬ ਦੀ ਤੁਸੀਂ ਸਿੱਧੀ ਹਮਾਇਤ ਕਰ ਦਿੱਤੀ ਹੈ ਸਰ, ਉਹਦਾ ਮਤਲਬ ਕੀ ਹੈ? ਨਹੀਂ, ਸਾਡਾ ਕਿਸੇ ਨਾਲ ਲਿੰਕ ਹੀ ਕੋਈ ਨਹੀਂ। ਮੈਂ ਹਮਾਇਤ ਨਹੀਂ ਕੀਤੀ। ਮੈਂ ਕਿਹਾ ਵੀ ਤੁਸੀਂ ਕੋਈ ਕਹਿ ਰਿਹਾ ਲਾਲਪੁਰਾ ਸਾਹਿਬ ਮਗਰ ਖੇਡ ਰਿਹਾ, ਕੋਈ ਦੂਸਰਾ ਕਹਿ ਰਿਹਾ ਵਾ, ਜਦੋਂ ਕਿ ਸਿੱਖ ਕਾਨੂੰਨੀ ਮਸਲਾ ਵਾ। ਨਾ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ 'ਚ ਬੀਜੇਪੀ ਦਾ ਕੋਈ ਮੈਂਬਰ ਆ, ਨਾ ਕਾਂਗਰਸ ਦਾ ਕੋਈ ਮੈਂਬਰ ਆ, ਨਾ ਆਮ ਪਾਰਟੀ ਦਾ ਕੋਈ ਮੈਂਬਰ ਆ। ਬਹੁਤ ਗਿਣਤੀ ਬਾਦਲਾਂ ਦੇ ਜਿਹੜੀ ਆ ਟਿਕਟਾਂ ਤੇ ਜਿਹੜੀ ਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਜਿਹੜੇ ਆ ਚੁਣੇ ਹੋਏ ਆ। ਵੋਟਾਂ ਮੈਂਬਰਾਂ ਪਾਉਣੀਆਂ ਨੇ, ਨਾ ਬੀਜੇਪੀ ਨੇ ਪਾਉਣੀਆਂ, ਨਾ ਕਾਂਗਰਸ ਨੇ, ਨਾ ਆਪ ਨੇ। ਪਰ ਇਹ ਬੰਦੇ ਚੁਣੇ ਹੋਏ ਆ ਬਾਦਲਾਂ ਦੀ ਟਿਕਟ ਤੇ, ਉਹ ਬਾਦਲਾਂ ਵਿਰੁੱਧ ਹੀ ਬਗਾਵਤ ਕਰ ਗਏ ਆ, ਉਹਨਾਂ ਦੇ ਭ੍ਰਿਸ਼ਟ ਨਿਜ਼ਾਮ ਕਰਕੇ, ਉਹਨਾਂ ਦੀ ਡਿਕਟੇਟਰਸ਼ਿਪ ਕਰਕੇ। ਚਲੋ ਭੰਮਾ ਸਾਹਿਬ, ਤੁਸੀਂ ਬੀਜੇਪੀ ਨੂੰ ਕਲੀਨ ਚਿੱਟ ਤਾਂ ਨਹੀਂ ਦੇ ਰਹੇ ਨਾ, ਜੋ ਐਸਜੀਪੀਸੀ ਨੇ ਇਲਜ਼ਾਮ ਲਾਇਆ, ਅਕਾਲੀ ਦਲ ਨੇ ਇਲਜ਼ਾਮ ਲਾਇਆ? ਜੀ, ਤੁਸੀਂ ਬੀਜੇਪੀ ਨੂੰ ਕਲੀਨ ਚਿੱਟ ਤਾਂ ਨਹੀਂ ਦੇ ਰਹੇ ਨਾ, ਜੋ ਐਸਜੀਪੀਸੀ ਨੇ ਜਾਂ ਅਕਾਲੀ ਦਲ ਨੇ ਇਲਜ਼ਾਮ ਲਾਇਆ ਬੀਜੇਪੀ ਤੇ? ਨਹੀਂ, ਇਹਦੇ ਵਿੱਚ ਐਸਜੀਪੀਸੀ ਇਹਦੇ ਵਿੱਚ ਬੀਜੇਪੀ ਕਿੱਥੇ ਆ ਗਈ ਚੋਣਾਂ ਦੇ ਵਿੱਚ? ਬੀਜੇਪੀ ਦਾ ਇਹਨਾਂ ਨਾਲ ਕੋਈ ਵਾਹ ਵਾਸਤਾ ਨਹੀਂ ਇਸ ਚੋਣ ਦੇ ਨਾਲ। ਚਲੋ ਕਰਨਲ ਜੈਮਨ ਸਿੰਘ, ਮਨਜੀਤ ਸਿੰਘ ਭੋਮਾ ਦਾ ਜਿਹੜਾ ਸਟੈਂਡ ਹੈ ਉਹ ਸਿੱਧਾ ਤੁਹਾਡੇ ਨਾਲ ਹੈ।
ਪਰ ਅਸਲ ਵਿੱਚ ਉਹ ਕਹਿੰਦੇ ਬੀਜੇਪੀ ਦਾ ਕੋਈ ਲੈਣਾ ਦੇਣਾ ਨਹੀਂ ਹੈ ਕਰਨ ਅਜਾਇਬ ਸਿੰਘ। ਤੁਹਾਨੂੰ ਤਾਂ ਤੁਹਾਡੀ ਤੋਂ ਸਪੋਰਟ ਮਿਲਦੀ ਪਈ ਹੈ ਦਿੱਲੀ ਕਮੇਟੀ ਤੋਂ ਸਿੱਧੀ ਸਿੱਧੀ ਕਰਨ ਅਜਾਇਬ ਸਿੰਘ, ਇਹਨੂੰ ਮੈਂ ਕੀ ਸਮਝਾਂ? ਕੇਪੀ ਸਿੰਘ ਜੀ, ਜਿਹੜਾ ਤੁਸੀਂ ਕਹਿ ਰਹੇ ਹੋ, ਭਾਈ ਸਾਹਿਬ ਨੇ ਗੱਲ ਕੀਤੀ ਹੈ ਕਿ ਆਪਣਾ ਕੋਈ ਇਹਦੇ 'ਚ ਸਪੋਰਟ ਨਹੀਂ ਹੈ, ਇਹ ਸਾਨੂੰ ਸਪੋਰਟ ਦੇ ਰਹੇ ਨੇ, ਸਪੋਰਟ ਨਹੀਂ ਦੇ ਰਹੇ, ਇਹ ਇੱਕ ਜਸਟੀਫਾਈਡ ਤੇ ਰਾਈਟੀਅਸ ਗੱਲ ਕਰ ਰਹੇ ਨੇ। ਸਾਨੂੰ ਕੋਈ ਇੰਟਰਸਟ ਨਹੀਂ ਹੈ ਵੀ ਸ਼੍ਰੋਮਣੀ ਅਕਾਲੀ ਦਲ ਦਾ ਜਿਹੜਾ ਐਸਜੀਪੀਸੀ ਦਾ ਜੋ ਹੈਗਾ ਉਹਦੇ ਵਿੱਚ ਅਸੀਂ ਇੱਕ ਕੈਂਡੀਡੇਟ ਨੂੰ ਉੱਥੇ ਲਿਆ ਕੇ ਅਸੀਂ ਵੀ ਐਸਜੀਪੀਸੀ ਨੂੰ ਕੰਟਰੋਲ ਨਹੀਂ ਕਰ ਸਕਦੇ। ਜਿਹੜੀ ਚੀਜ਼ ਨੂੰ ਤੁਸੀਂ ਕੰਟਰੋਲ ਨਹੀਂ ਕਰ ਸਕਦੇ ਉਹਦੇ ਵਾਸਤੇ ਐਵੇਂ ਜ਼ੋਰ ਲਗਾਉਣ ਦਾ ਫਾਇਦਾ ਕੀ ਹੋਇਆ? ਤੁਸੀਂ ਬੜੇ ਸਿਆਣੇ ਹੋ ਕਰਨ मेरा एक सवाल ले लो नाल, मैं सवाल ले लवां, मैं इंटरप्ट नहीं करना चाहता ਤੁਹਾਨੂੰ। ਕਰਨ ਅਜਾਇਬ ਸਿੰਘ ਇਦਾਂ ਤਾਂ ਨਹੀਂ ਕਿਤੇ ਹੈਗਾ ਕਿ ਤੁਸੀਂ ਗਰਾਊਂਡ ਤਿਆਰ ਕਰਦੇ ਹੋ, ਚਾਹੇ ਉਹ ਜਗੀਰ ਕੌਰ ਹੈ ਚਾਹੇ ਕੋਈ ਹੋਰ ਹੈ, ਇੱਕ ਗਰਾਊਂਡ ਤਿਆਰ ਕਰੋ, ਉਸ ਤੋਂ ਬਾਅਦ ਐਸਜੀਪੀਸੀ ਇਲੈਕਸ਼ਨ ਦੀ ਅਨਾਉਂਸਮੈਂਟ ਹੋਵੇ, ਪਹਿਲਾਂ ਗਰਾਊਂਡ ਤਾਂ ਤਿਆਰ ਹੋਵੇ ਨਾ ਵੀ ਤੁਹਾਡੇ ਵੱਲੋਂ ਕਿਹੜਾ ਬੰਦਾ ਮਜ਼ਬੂਤ ਹੋਊਗਾ। ਕਰਨ ਅਜਾਇਬ ਸਿੰਘ, ਇਦਾਂ ਦੀ ਇੱਕ ਪੋਲਿਟਿਕਸ ਹੁੰਦੀ ਹੈ, ਪਰਦੇ ਪਿੱਛੇ ਹੁੰਦੀ ਹੈ, ਓਪਨ ਨਹੀਂ ਹੁੰਦੀ ਉਹ। ਕੇਪੀ ਸਿੰਘ ਜੀ ਦੇਖੋ, ਸਿੱਧੀ ਗੱਲ ਹੈ, ਮੈਂ ਆ ਕੇ ਤੁਹਾਨੂੰ ਬੜੀ ਜ਼ਿੰਮੇਵਾਰੀ ਨਾਲ ਇਹ ਕਹਿ ਰਿਹਾ ਕਿ ਜਦੋਂ ਦੀ ਆਮ ਆਦਮੀ ਪਾਰਟੀ ਸਰਕਾਰ ਆਈ ਹੈ, ਜਿਹਦਾ ਕਿ ਗੁਰਦੁਆਰਾ ਪੋਲਿਟਿਕਸ ਦੇ ਵਿੱਚ ਰੱਤੀ ਭਰ ਵੀ ਕੋਈ ਉਹਨਾਂ ਦਾ ਇਨਫਲੂਐਂਸ ਨਹੀਂ ਸੀਗਾ, ਉਦੋਂ ਤੋਂ ਇਹ ਪਤਾ ਲੱਗ ਗਿਆ ਹੈ ਕਿ ਅਗਰ ਤੁਸੀਂ ਆਪਣੇ ਆਪ ਨੂੰ ਪੋਲੀਟੀਕਲੀ ਜ਼ੋਰ ਦੇਣਾ ਹੈ ਤੇ ਯੂ ਡੂ ਨਾਟ ਹੈਵ ਟੂ ਗੈਟ ਇਨਟੂ ਗੁਰਦੁਆਰਾ ਪੋਲਿਟਿਕਸ। ਇਸ ਵੇਲੇ ਅਸੀਂ ਆਪਣੇ ਆਪ ਨੂੰ ਪੋਲੀਟੀਕਲੀ ਸਟਰੈਂਥਨ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਤੇ ਮੇਰੇ ਹਿਸਾਬ ਦੇ ਨਾਲ ਰਾਜਨੀਤੀ ਇਹ ਕਹਿੰਦੀ ਹੈ ਕਿ ਸਾਨੂੰ ਗੁਰਦੁਆਰੇ ਪੋਲਿਟਿਕਸ ਦੇ ਵਿੱਚ ਪੈਣਾ ਹੀ ਨਹੀਂ ਚਾਹੀਦਾ। ਤੇ ਮੈਨੂੰ ਪੱਕਾ ਯਕੀਨ ਹੈ ਕਿ ਸਾਡੀ ਸੀਨੀਅਰ ਲੀਡਰਸ਼ਿਪ ਵੀ ਇਸੇ ਤਰੀਕੇ ਨਾਲ ਸੋਚਦੀ ਹੈ, ਕਿਉਂਕਿ ਮੈਂ ਵੀ ਲਾਲਪੁਰਾ ਜੀ ਦੇ ਨਾਲ ਇਹਨਾਂ ਚੀਜ਼ਾਂ ਦੀ ਬਹੁਤ ਵਾਰ ਡਿਸਕਸ਼ਨ ਕੀਤੀ ਹੈ। ਅਸੀਂ ਐਸਜੀਪੀਸੀ ਦੇ ਬਾਰੇ ਕਦੀ ਗੱਲ ਹੀ ਨਹੀਂ ਕੀਤੀ। ਜੇ ਲਾਲਪੁਰਾ ਜੀ ਨੂੰ ਤੁਸੀਂ ਸਿੱਧੇ ਬੀਜੇਪੀ ਕਹਿੰਦੀ ਹੈ ਕਿ ਲਾਲਪੁਰਾ ਜੀ ਇਹਦੇ ਪਿੱਛੇ ਹੋ ਨਹੀਂ ਸਕਦੇ, ਬੀਜੇਪੀ ਇਹ ਕਹਿ ਰਹੀ ਹੈ? ਨਹੀਂ, ਅਸੀਂ ਇਹ ਕਹਿ ਰਹੇ ਹਾਂ ਕਿ ਸਾਨੂੰ ਇਸ ਵੇਲੇ ਇਸ ਐਸਜੀਪੀਸੀ ਦੇਖੋ, ਸਾਡੀ ਇਹ ਥਾਟ ਪ੍ਰੋਸੈਸ ਹੈਗੀ ਹੈ ਕਿ ਐਸਜੀਪੀਸੀ ਦੇ ਵਿੱਚ ਨਵੀਂ ਲੀਡਰਸ਼ਿਪ ਆਣੀ ਚਾਹੀਦੀ ਹੈ, ਆਟੋਨੋਮਸ ਆਣੀ ਚਾਹੀਦੀ ਹੈ, ਉੱਥੇ ਨਵੇਂ ਚਿਹਰੇ ਆਣੇ ਚਾਹੀਦੇ ਨੇ, ਐਸਜੀਪੀਸੀ ਨੂੰ ਵੱਡਾ ਬਣਨਾ ਚਾਹੀਦਾ, ਪਰ ਅਸੀਂ ਆਪਣੇ ਆਪ ਨੂੰ ਉੱਥੇ ਕੈਂਡੀਡੇਟ ਨਹੀਂ ਮੰਨਦੇ। ਨਹੀਂ, ਲਾਲਪੁਰਾ ਜੀ ਦੇ ਨਾਲ ਬੀਜੇਪੀ ਖੜਦੀ ਮੈਨੂੰ ਦਿਖਾਈ ਨਹੀਂ ਦੇ ਰਹੀ, ਮੈਂ ਤਾਂ ਸਵਾਲ ਕਰ ਰਿਹਾ। ਪੂਰੇ ਖੜੇ ਆ ਯਾਰ, ਲਾਲਪੁਰਾ ਜੀ ਸਾਹਿਬ ਦਾ ਇਹਦੇ ਵਿੱਚ ਕੁਝ ਲੈਣਾ ਦੇਣਾ ਹੀ ਨਹੀਂ ਹੈ। ਤੁਸੀਂ ਹੁਣ ਸਾਡੇ ਮੂੰਹ ਦੇ ਵਿੱਚ ਲਫ਼ਜ਼ ਪਾਓਗੇ ਤੇ ਅਸੀਂ ਕੀ ਕਰਾਂਗੇ? ਚਲੋ, ਕੁਸ਼ਵਪਾਲ ਸਿੰਘ ਮਾਨ ਸੇ ਜਦੋਂ ਮਨਜੀਤ ਸਿੰਘ ਭੋਮਾ ਵੀ ਇਹ ਗੱਲ ਕਹਿਣ ਬੀਜੇਪੀ ਦਾ ਕੋਈ ਲੈਣਾ ਦੇਣਾ ਨਹੀਂ, ਬੀਜੇਪੀ ਨੇ ਤਾਂ ਕਹਿਣਾ ਸਾਡਾ ਕੋਈ ਲੈਣਾ ਦੇਣਾ ਨਹੀਂ, ਫਿਰ ਬੀਜੇਪੀ ਤੇ ਥੋਪਿਆ ਜਾ ਰਿਹਾ ਸਭ ਕੁਝ, ਉਦੋਂ ਤੁਸੀਂ ਕਹਿੰਦੇ ਹੋ ਏਜੰਸੀਆਂ ਦੇ ਹੱਥਾਂ 'ਚ ਖੇਡ ਰਹੇ ਆ। ਮਿਸਟਰ ਮਾਨ, ਮੈਂ ਦੋਨਾਂ ਜਵਾਬ ਦੇਖੋ ਜੀ, ਚਾਹੇ ਪ੍ਰਾਈਮ ਮਿਨਿਸਟਰ ਆਫ ਇੰਡੀਆ ਹੈ ਚਾਹੇ ਹੋਮ ਮਿਨਿਸਟਰ ਆਫ ਇੰਡੀਆ, they are bound by the constitution to uphold the dignity and the laws of laid down in the constitution of India and the acts and the laws and the rules made therein. The Home Minister of India and Prime Minister of India are duty bound under oath. ਜਿਹੜਾ ਐਕਟ ਹੈਗਾ ਗੁਰਦੁਆਰਾ ਐਕਟ, ਉਹਨੂੰ ਐਗਜ਼ੀਕਿਊਟ ਕਰਨ, ਉਹਦੀਆਂ ਇਲੈਕਸ਼ਨਸ ਕਰਾਉਣ। ਜੇ ਉਹ ਨਹੀਂ ਕਰਾ ਰਹੇ, ਉਹਦੇ ਅੰਦਰ ਕੋਈ ਪਰਪਸ ਹੈ। ਵਿਦਆਊਟ ਪਰਪਸ ਇਹ ਗੱਲ ਨਹੀਂ ਹੁੰਦੀ। ਇਹ ਕਹਿੰਦੇ ਨੇ, ਦੇਖੋ ਇਹ ਕਹਿੰਦੇ ਨੇ ਜੀ ਅਸੀਂ ਇੰਨੀ ਵਾਰ ਗੱਲ ਕੀਤੀ ਹੈ, ਲਾਲਪੁਰਾ ਸਾਹਿਬ ਨਾਲ ਕੀਤੀ ਹੈ, ਕਰਨਲ ਸਾਹਿਬ ਕਹਿ ਰਹੇ ਨੇ ਵੀ ਸ਼੍ਰੋਮਣੀ ਕਮੇਟੀ ਦੀ ਗੱਲ ਹੀ ਨਹੀਂ ਹੁੰਦੀ। ਇਜ਼ ਇਟ ਸੋ ਇਰਰੈਲੇਵੈਂਟ? ਇੰਨਾ ਹੀ ਵਜੂਦ ਹੈ ਨਹੀਂ ਸ਼੍ਰੋਮਣੀ ਕਮੇਟੀ ਦਾ ਔਰ ਗੁਰੂ ਘਰਾਂ ਦਾ? ਭਈ ਜਿਹੜੀ ਚੀਜ਼ ਤੁਹਾਡੇ ਵਿਹੜੇ ਪਈ ਹੈ, ਦ ਬਾਲ ਇਜ਼ ਇਨ देयर ਕੋਰਟ, ਇਲੈਕਸ਼ਨ ਇਹਨਾਂ ਨੇ ਅਨਾਉਂਸ ਕਰਨੀ ਹੈ, ਇਹਨਾਂ ਨੇ ਗੁਰਦੁਆਰਾ ਇਲੈਕਸ਼ਨ ਕਮਿਸ਼ਨ ਨੂੰ ਸਾਰੇ ਰਿਸੋਰਸਸ ਦੇਣੇ ਨੇ, ਉਹ ਇਸਟੈਬਲਿਸ਼ ਕਰਨਾ ਹੈ। ਮਤਲਬ ਇਹ ਇੰਨੀ ਨਾਗੁਣੀ ਗੱਲ ਹੈ, ਮਤਲਬ ਮੈਨੂੰ ਇਹਨਾਂ ਦੀ ਸਮਝ ਹੀ ਨਹੀਂ ਆਉਂਦੀ ਇਹ ਪ੍ਰੂਵ ਕੀ ਕਰਨਾ ਚਾਹੁੰਦੇ ਨੇ। ਠੀਕ ਮਿਸਟਰ ਗੁਰਚਰਨ ਗਰੇਵਾਲ, ਕੀ ਇਸ ਤੋਂ ਪਹਿਲਾਂ ਅਕਾਲੀ ਦਲ ਨੇ ਆਪਣਾ ਕੈਂਡੀਡੇਟ ਅਨਾਉਂਸ ਕੀਤਾ ਸੀ ਇਜਲਾਸ ਤੋਂ ਪਹਿਲਾਂ? ਜੀ ਉਹ ਅਨਾਉਂਸ ਹੀ ਹੁੰਦਾ ਸੀਗਾ, ਇੱਕ ਦਿਨ ਪਹਿਲਾਂ ਹੋ ਜਾਂਦਾ ਸੀ, ਕਈ ਵਾਰੀ 2 ਦਿਨ ਪਹਿਲਾਂ ਵੀ ਹੋ ਜਾਂਦਾ ਸੀ, ਐਸਾ ਜਨਤਕ ਤੌਰ ਤੇ ਅਸੀਂ ਨਹੀਂ ਸੀ ਕੀਤਾ। ਚਲੋ, ਇਹ ਰਵਾਇਤ ਬਦਲੀ ਹੈ, ਤੁਸੀਂ ਰਵਾਇਤ ਬਦਲੀ ਹੈ ਗੁਰਚਰਨ ਗਰੇਵਾਲ। ਇਹ ਲਿਫਾਫਾ ਕਲਚਰ ਮੁੱਕ ਗਿਆ, ਇਹਦੇ ਨਾਲ ਅਸੀਂ ਇਹ ਸਮਝੀਏ ਲਿਫਾਫਾ ਕਲਚਰ ਖਤਮ ਹੋ ਗਿਆ। ਮੈਂ ਦਰਅਸਲ ਇਹ ਕਹਿਣਾ ਵੀ ਮੈਂ ਮੰਨਿਆ ਵਾ ਕਿ ਪਿਛਲੇ ਸਮੇਂ ਦੇ ਵਿੱਚ ਲਿਫਾਫਾ ਕਲਚਰ ਦੇ ਸ਼ਬਦ ਨੂੰ ਅਸੀਂ ਇਹਦਾ ਜਵਾਬ ਨਹੀਂ ਦੇ ਸਕੇ ਸੀ। ਲਿਫਾਫਾ ਕਲਚਰ ਉਦੋਂ ਵੀ ਨਹੀਂ ਸੀਗਾ। ਉਹੀ ਬੀਬੀ ਜੀ ਜਿਹੜੇ 4 ਵਾਰ ਬਣੇ ਨੇ, ਉਸੇ ਲਿਫਾਫੇ ਚੋਂ ਬਣੇ, ਬੀਬੀ ਜੀ ਨੇ ਗਾਹ ਭਾਵੇਂ ਸਾਹਿਬ ਬਣਾਇਆ। ਮੈਂ ਇੱਥੇ ਇੱਕ ਬੇਨਤੀ ਕਰਨੀ ਚਾਹੁੰਦਾ, ਜਿਹੜਾ ਅੱਜ ਦੀ ਡਿਬੇਟ ਚੱਲ ਰਹੀ ਆ, ਤੁਸੀਂ ਬੀਜੇਪੀ ਦੀ ਇਹ ਸ਼ਮੂਲੀਅਤ ਦੀ ਗੱਲ ਕਰਦੇ ਹੋ, ਤੁਸੀਂ ਕਹਿੰਦੇ ਹੋ ਕਿ ਸਬੂਤ ਕੀ ਆ ਜਾਂ ਹੋਰ ਆ। ਕਰਨਲ ਜੈਵੰਤ ਸਿੰਘ ਜੀ ਬੜੇ ਸਿਆਣੇ ਬੁਲਾਰੇ ਨੇ ਤੇ ਸੀਨੀਅਰ ਨੇ, ਤੇ ਬੀਜੇਪੀ ਦੀ ਪਾਲਿਸੀ ਨੂੰ ਚੰਗੀ ਤਰ੍ਹਾਂ ਜਾਣਦੇ ਨੇ। ਇਹਨਾਂ ਨੇ ਓਪਨਲੀ ਇਹ ਗੱਲ ਕਹਿਤੀ ਹੈ ਕਿ ਅਸੀਂ ਸ਼੍ਰੋਮਣੀ ਕਮੇਟੀ ਦੀ ਵਿੱਚ ਨਵੀਂ ਲੀਡਰਸ਼ਿਪ ਲਿਆਉਣੀ ਚਾਹੁੰਦੇ, ਦੇਖਣੀ ਚਾਹੁੰਦੇ ਹਾਂ, ਜਦੋਂ ਕਿ ਭਾਵੇਂ ਇਹ ਕਹਿ ਰਿਹਾ ਕਿ ਸਾਡਾ ਗੁਰਦੁਆਰਾ ਪ੍ਰਬੰਧਨ ਨਾਲ ਕੋਈ ਸੰਬੰਧ ਨਹੀਂ। ਇਹ ਗੱਲ ਤਾਂ ਕਲੀਅਰ ਹੋ ਗਈ ਆ, ਇਹਨਾਂ ਨੇ ਗੱਲ ਕਹਿਤੀ। ਦੂਜੇ ਪਾਸੇ ਭੋਮਾ ਸਾਹਿਬ ਜਿਹੜੇ ਕਹਿ ਰਹੇ ਨੇ ਕਿ ਸਾਡਾ ਬੀਜੇਪੀ ਨਾਲ ਕੋਈ ਸੰਬੰਧ ਨਹੀਂ,
ਜਿੱਥੇ ਲਾਲਪੁਰਾ ਸਾਹਿਬ, ਮੇਰੇ ਵੀ ਲਾਲਪੁਰਾ ਸਾਹਿਬ ਮਿੱਤਰ ਹੋਣਗੇ, ਅਸੀਂ ਜਦੋਂ ਕੋਈ ਮਸਲਾ ਬਣਦਾ, ਅਸੀਂ ਪਿਛਲੇ ਦਿਨੀ ਸਾਨੂੰ ਬੁਲਾਇਆ ਲਾਲਪੁਰਾ ਸਾਹਿਬ ਨੇ, ਜਿਹੜਾ ਕ੍ਰਿਸਚਨ ਦੇ ਮਸਲੇ ਤੇ ਅਸੀਂ ਮਿਲੇ ਆ, ਪੁਰਾਣੇ ਵੀ ਜਾਣਦੇ ਆ, ਪਰ ਮੈਂ ਬੇਲੋੜੀ ਉਹਨਾਂ ਦੀ ਉਹਨਾਂ ਦੀ ਖੈਰ ਖੁਆਈ ਨਹੀਂ ਕਰ ਰਿਹਾ। ਹੁਣ ਭੋਮਾ ਜੀ ਉਹਨਾਂ ਦੀ ਖੈਰ ਖੁਆਈ ਕਰ ਰਹੇ ਨੇ। ਭੋਮਾ ਜੀ ਹੁਣ ਕਹਿੰਦੇ ਕਿ ਸਾਡਾ ਸੰਬੰਧ ਕੋਈ ਨਹੀਂ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ 4 ਵਾਰ ਪ੍ਰਧਾਨ ਮੰਤਰੀ ਨੂੰ, ਆਪਣੇ ਹੋਮ ਮਿਨਿਸਟਰ ਨੂੰ ਲਿਖ ਚੁੱਕੀ ਆ, ਈਵਨ ਕਿ ਖੱਟੜ ਸਾਹਿਬ ਨੂੰ ਲਿਖ ਚੁੱਕੀ ਆ ਕਿ ਸਾਨੂੰ ਮਿਲਦਾ ਟਾਈਮ ਦਿੱਤਾ ਜਾਵੇ, ਤੇ ਭੂਮਾ ਸਾਹਿਬ ਹਰ ਹਫ਼ਤੇ ਉੱਥੇ ਜਾ ਕੇ ਉਹਨਾਂ ਨਾਲ ਚਾਹ ਦਾ ਕੱਪ ਸਾਂਝਾ ਕਰਦੇ ਆ। ਹੁਣ ਇਹ ਕਹਿੰਦੇ ਸਾਡਾ ਸੰਬੰਧ ਕੋਈ ਨਹੀਂ। ਦਾਦੂਵਾਲ ਸਾਹਿਬ ਦੇ ਇਹਨਾਂ ਦੇ ਨਾਲ ਚੰਗੇ ਰਿਸ਼ਤੇ ਨੇ, ਕਾਲਕਾ ਸਾਹਿਬ ਨਾਲ ਚੰਗੇ ਰਿਸ਼ਤੇ ਨੇ। ਸਾਡਾ ਕਹਿਣਾ ਇਹੋ ਹੀ ਆ ਕਿ ਜਿਹੜੀ ਗੱਲ ਹੈਗੀ ਆ ਉਹ ਤੋਂ ਮੁੱਕਰ ਵਾਲੀ ਕਿਹੜੀ ਗੱਲ ਆ। ਚਲੋ ਗਰੇਵਾਲ ਸਾਹਿਬ, ਤੁਸੀਂ ਇਦਾਂ ਕਰਦੇ ਨਾ, ਗਰੇਵਾਲ ਸਾਹਿਬ ਸਾਰੀ ਪੋਲਿਟਿਕਸ ਐਕਸਪੋਜ਼ ਹੋ ਜੂਗੀ। 9 ਤਰੀਕ ਤੋਂ ਪਹਿਲਾਂ ਤੁਸੀਂ ਸਬੂਤ ਰੱਖ ਦੋਗੇ ਲਾਲਪੁਰਾ ਸਾਹਿਬ ਦੇ ਖਿਲਾਫ? ਪ੍ਰਧਾਨ ਜੀ ਨੇ ਜਿਹੜੀ ਗੱਲ ਕਹੀ ਆ ਉਹ ਸਬੂਤ ਵੀ ਦੇਣਗੇ, ਏਡੀ ਦੀ ਗੱਲ ਆ। ਕੋਈ ਐਵੇਂ ਤੁਰੇ ਜਾਂਦਾ ਗੱਲ ਨਹੀਂ ਕੀਤੀ। ਮੈਂ ਇਹ ਬੇਨਤੀ ਇਹ ਕਰਦਾ ਕਿ ਅਸੀਂ ਮੰਨਦੇ ਆ ਇਸ ਗੱਲ ਨੂੰ ਕਿ ਰਾਜਨੀਤਿਕ ਗੱਠਜੋੜ ਅਕਾਲੀ ਦਲ ਰਿਹਾ ਉਹਨਾਂ ਦੇ ਨਾਲ, ਤੇ ਭੂਮਾ ਸਾਹਿਬ ਹੋਣੀ ਇਹ ਗੱਲ ਮੰਨਣ ਚ ਕੀ ਗਰੇਜ ਆ, ਜਦੋਂ ਕਿ ਸਾਰੀ ਦੁਨੀਆ ਨੂੰ ਪਤਾ। ਇਹਨਾਂ ਦੇ ਕਹਿਣ ਨਾਲ ਕੋਈ ਫਰਕ ਨਹੀਂ ਪੈਂਦਾ। ਤੁਹਾਡਾ ਸਿਆਸੀ ਤੌਰ ਤੇ ਉਹਨਾਂ ਨਾਲ ਗੱਠਜੋੜ ਤੇ ਕਿਹੜੀ ਗੱਲ ਆ, ਪਰ ਗੱਠਜੋੜ ਦਾ ਫਾਇਦਾ ਸਹੀ ਲਿਆ ਜਾ ਸਕਦਾ। ਤੁਸੀਂ ਵੋਟਾਂ ਕਰਵਾਓ, ਤੁਸੀਂ ਨਵੀਂ ਲੀਡਰਸ਼ਿਪ ਲਿਆਓ, ਜਿਵੇਂ ਕਰਨ ਸਾਹਿਬ ਗੱਲ ਕਰਦੇ ਨੇ। ਤੇ ਇਹ ਵੀ ਗੱਲ ਆ ਕਿ ਜਿਹੜਾ ਕਬਜ਼ਾ ਹੋ ਰਿਹਾ ਨਾ, ਜਿਹੜਾ ਕਬਜ਼ਾ ਹੋ ਰਿਹਾ ਹਰਿਆਣੇ ਤੇ ਹੋ ਰਿਹਾ, ਦਿੱਲੀ ਤੇ ਹੋ ਰਿਹਾ, ਉਹ ਕਬਜ਼ਾ ਵੀ ਛਡਵਾਓ ਤੇ ਅਸੀਂ ਮੰਨੀਏ ਤੁਹਾਨੂੰ ਕਿ ਹਾਂ ਜੀ ਤੁਸੀਂ ਸਿੱਖ ਸੋਚ ਨਾਲ ਸੰਬੰਧਿਤ ਹੋ ਜੀ। ਚਲੋ ਮੈਂ ਇੱਕ ਹੋਰ ਛੋਟਾ ਬ੍ਰੇਕ ਲਵਾਂਗਾ। ਆਖਰੀ ਹਿੱਸੇ ਵਿੱਚ ਅਸੀਂ ਹੋਵਾਂਗੇ ਬਗਾਵਤ ਦਾ ਭਾਜਪਾ ਨਾਲ ਕਨੈਕਸ਼ਨ ਕੀ ਹੈ। ਜਿਹੜੇ ਪੈਨਲਿਸਟ ਹੈਗੇ ਉਹ ਆਪਦੀ ਲਾਈਨ ਤੇ ਬੜੇ ਕਲੀਅਰ ਹੈਗੇ ਆ, ਪਰ ਇਹਨਾਂ ਵਿਚਾਲੇ ਸਵਾਲ ਬਹੁਤ ਸਾਰੇ ਹੈਗੇ ਕਿ ਐਸਜੀਪੀਸੀ ਦੀਆਂ ਜਿਹੜੀਆਂ ਮੁੱਖ ਚੋਣਾਂ ਹੋਣੀਆਂ ਉਹਦੇ ਬਾਬਤ ਕੌਣ ਕਿੰਨੀ ਕੋਸ਼ਿਸ਼ ਕਰਦਾ ਪਿਆ। ਸਵਾਲ ਇਹ ਹੈ, ਵਾਪਸ ਆ ਕੇ ਮੈਂ ਇਸੇ ਸਵਾਲ ਤੇ ਕਨਸੈਂਟਰੇਟ ਕਰਨਾ।